द सिख व्यू पॉइंट चैनल देख रहे सारे दर्शकों का मैं मेहर सिंह स्वागत करदा जी। वाहिगुरू जी का खालसा वाहिगुरू जी की फतेह। कामरेड विचारधारा का कच्च ਅਤੇ ਸੱਤ ਦਾ ਤੀਜਾ ਭਾਗ ਲੈ ਕੇ ਅੱਜ ਹਾਜ਼ਰ ਹੋਏ ਹਾਂ। ਪਹਿਲੇ ਭਾਗ ਦੇ ਵਿੱਚ ਤੁਸੀਂ ਸੁਣੀ ਚੁੱਕੇ ਹੋ ਕਿ ਵਿਚਾਰਧਾਰਾ ਤੇ ਫਲਸਫੇ ਦੇ ਉੱਤੇ ਗੱਲਬਾਤ ਕੀਤੀ ਹੈ। ਦੂਜੇ ਦੀ ਵੀਡੀਓ ਤੁਹਾਡੇ ਤੱਕ ਆ ਚੁੱਕੀ ਹੈ ਕਿ ਰੂਸ ਦੇ ਜਿਹੜਾ ਇਨਕਲਾਬ ਉੱਠਿਆ ਉਸ ਦੇ ਬਾਰੇ ਚਰਚਾ ਕੀਤੀ ਸੀ। ਅੱਜ ਅਸੀਂ ਤੀਜੇ ਭਾਗ ਦੇ ਵਿੱਚ ਗੱਲਬਾਤ ਕਰਾਂਗੇ ਉਸ ਇਨਕਲਾਬ ਤੋਂ ਬਾਅਦ ਜਿਹੜਾ ਸੰਸਾਰ ਦੇ ਉੱਤੇ ਪ੍ਰਭਾਵ ਪਿਆ ਤੇ ਕਿਹੋ ਜਿਹਾ ਪ੍ਰਭਾਵ ਜਿਹੜਾ ਲੋਕਾਂ ਦੇ ਵਿੱਚ ਲੋਕਾਂ ਨੇ ਕਬੂਲਿਆ ਤੇ ਉਸ ਤੋਂ ਬਾਅਦ ਕਿਹੋ ਜਿਹੇ ਬਦਲਾਅ ਜਿਹੜੇ ਉਹ ਆਏ ਨੇ। ਤੇ ਜਿਵੇਂ ਕਿ ਆਪਾਂ ਗੱਲ ਕਰ ਲੈਂਦੇ ਹਾਂ ਫਰਾਂਸ ਦੇ ਇਨਕਲਾਬ ਦੀ, ਉਸ ਤੋਂ ਬਾਅਦ ਜਿਵੇਂ ਮੱਧਯੁਗੀ ਰਾਜ ਦਾ ਜਿਹੜਾ ਅੰਤ ਹੋਇਆ ਤੇ ਲਿਬਰਲ ਡੈਮੋਕ੍ਰੇਸੀ ਜਿਹੜੀ ਉਹ ਹੋਂਦ ਦੇ ਵਿੱਚ ਆਈ ਆ ਤੇ ਉਹ ਰਾਜ ਪ੍ਰਬੰਧ ਦੀ ਸਿਰਜਣਾ ਹੋਈ ਹੈ। ਇਸੇ ਤਰੀਕੇ ਇਸ ਰੂਸ ਦੇ ਜਿਹੜੇ ਇਨਕਲਾਬ ਤੋਂ ਬਾਅਦ ਕਿਹੋ ਜਿਹਾ ਸੰਸਾਰ ਦੇ ਉੱਤੇ ਬਦਲਾਅ ਆਇਆ ਤੇ ਦੇਸ਼ਾਂ ਦੇ ਵਿੱਚ ਕਿਹੋ ਜਿਹੇ ਜਿਹੜੇ ਨੇ ਸੰਘਰਸ਼ ਉੱਠੇ ਨੇ। ਜਿਵੇਂ ਆਪਾਂ ਹੋਰ ਵੀ ਗੱਲ ਕਰਦੇ ਹਾਂ ਕਿ ਕਿਊਬਾ ਤੇ ਚੀਨ ਦੇ ਇਨਕਲਾਬ ਦੀ ਵੀ ਗੱਲਬਾਤ ਕਰਦੇ ਹਾਂ, ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਅੱਜ ਇਹ ਸਾਰੇ ਕਾਸੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸਰਦਾਰ ਅਜਮੇਰ ਸਿੰਘ ਜੀ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜਿਵੇਂ ਅਸੀਂ ਭੂਮਿਕਾ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ, ਪਿਛਲੇ ਐਪੀਸੋਡ ਦੇ ਵਿੱਚ ਵੀ ਰੂਸ ਦੇ ਇਨਕਲਾਬ ਦੀ ਗੱਲਬਾਤ ਕੀਤੀ ਹੈ। ਇਸ ਇਨਕਲਾਬ ਤੋਂ ਬਾਅਦ ਕਿਹੋ ਜਿਹਾ ਜਿਹੜਾ ਪ੍ਰਭਾਵ ਹੈ ਉਹ ਸੰਸਾਰ ਦੇ ਜਿਹੜਾ ਆਪਾਂ ਸਿਸਟਮ ਦੇ ਉੱਤੇ ਕਹਿ ਲੈਂਦੇ ਹਾਂ ਜਾਂ ਰਾਜਨੀਤੀ ਦੇ ਉੱਤੇ ਜਾਂ ਲੋਕਾਂ ਦੀ ਸੋਚ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਜਿਹੜਾ ਉਹ ਪਿਆ? ਦੇਖੋ ਇਹਦਾ ਪ੍ਰਭਾਵ ਨਾ ਜਿਹੜਾ ਆਪਾਂ ਜਿਹਨੂੰ ਮਲਟੀ ਡਿਮੈਂਸ਼ਨਲ ਕਹਿੰਦੇ ਹਾਂ, ਬਹੁ ਪਰਤੀ, ਉਹ ਬਹੁਤ ਪੱਖਾਂ ਤੋਂ ਪਿਆ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਵਿਚਾਰਧਾਰਕ ਵੀ ਪਿਆ, ਇੱਕ ਨਵੀਂ ਵਿਚਾਰਧਾਰਾ ਆ ਗਈ, ਇੱਕ ਝੰਡਾ ਗੱਡਤਾ ਉਹਨੇ ਵਿਚਾਰਧਾਰਾ ਨੇ ਆ ਕੇ, ਫਿਰ ਇੱਕ ਨਵੀਂ ਕਿਸਮ ਦੀ ਰਾਜਨੀਤੀ ਇਹਦੇ ਵਿੱਚੋਂ ਨਿਕਲੀ, ਨਵੀਂ ਕਿਸਮ ਦਾ ਸੱਭਿਆਚਾਰ ਨਿਕਲਿਆ ਤੇ ਈਵਨ ਮਨੋਵਿਗਿਆਨ ਵੀ ਜਿਹੜੀ ਹੈਗੀ ਮਾਨਸਿਕਤਾ ਉਹ ਵੀ ਇੱਕ ਨਵੀਂ ਕਿਸਮ ਦੀ ਢਲਣੀ ਸ਼ੁਰੂ ਹੋ ਗਈ। ਸੋ ਇਸ ਪੱਖੋਂ ਇਹਦੇ ਜਿਹੜੇ ਪ੍ਰਭਾਵ ਨੇ ਉਹ ਬੜੇ ਬਹੁਪਰਤੀ ਹੈ। ਅਤੇ ਜੇ ਆਪਾਂ ਉਹਦੇ ਮੁੱਖ ਨੁਕਤੇ ਜੇ ਡਿਸਕਸ ਕਰਨੇ ਹੋਣ, ਇੱਕ ਤਾਂ ਇਹ ਹੋਇਆ ਕਿ ਜਦੋਂ ਇਹ ਰੂਸ ਦਾ ਇਨਕਲਾਬ ਰੂਸ 'ਚ ਆ ਗਿਆ, ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਮਾਰਕਸ ਦਾ ਜੋ ਸੀਗੀ ਧਾਰਨਾ ਉਹ ਤਾਂ ਇਹ ਸੀ ਕਿ ਇੱਕ ਦੇਸ਼ 'ਚ ਇਨਕਲਾਬ ਨਹੀਂ ਖੜ ਸਕਦਾ, ਤੋ ਨਾ ਆਰਥਿਕ ਤੌਰ 'ਤੇ ਨਾ ਰਾਜਨੀਤਿਕ ਤੌਰ 'ਤੇ। ਇਸ ਕਰਕੇ ਸੰਸਾਰ ਯੂਰਪ ਦੇ ਵਿੱਚ ਸਾਰੇ 'ਚ ਇਨਕਲਾਬ ਆਊ ਤਾਂ ਹੀ ਉਹ ਸਰਵਾਈਵ ਕਰ ਸਕੂ। ਚਲੋ ਉਹ ਹਾਲਤਾਂ ਇਹੋ ਜਿਹੀਆਂ ਬਣੀਆਂ ਵੀ ਸਾਰੇ ਦੇਸ਼ਾਂ 'ਚ ਆਉਣ ਦੀ ਬਜਾਏ ਇੱਕ ਦੇਸ਼ 'ਚ ਆ ਗਿਆ। ਉਸ ਤੋਂ ਬਾਅਦ ਫਿਰ ਜਿਹੜਾ ਉੱਥੋਂ ਦੀ ਜਿਹੜੀ ਰੂਲਿੰਗ ਕਲਾਸ ਹੈ ਕਮਿਊਨਿਸਟ ਪਾਰਟੀ, ਉਹਦਾ ਜਿਹੜਾ ਸ਼੍ਰੋਮਣੀ ਸਰੋਕਾਰ ਹੈ ਨਾ, ਉਹ ਇਹ ਬਣ ਗਿਆ ਵੀ ਹੁਣ ਇਹਦੀ ਰੱਖਿਆ ਕਿਵੇਂ ਕਰੀਏ। ਜੀ ਜੀ। ਕਿਉਂਕਿ ਚਾਰੇ ਪਾਸੇ ਸੀ ਕਿ ਜਿੰਨੀਆਂ ਸੰਸਾਰ ਭਰ ਦੀਆਂ ਸਾਮਰਾਜੀ ਤਾਕਤਾਂ ਉਹ ਨਹੀਂ ਸੀ ਚਾਹੁੰਦੀਆਂ ਵੀ ਇਹ ਮਤਲਬ ਇਹ ਵਧੇ ਫੁੱਲੇ, ਅਤੇ ਉਹ ਇਹਦਾ ਜੰਮਦੇ ਦੇ ਹੀ ਗਲ ਘੁੱਟਣਾ ਚਾਹੁੰਦੀਆਂ ਸੀ। ਉਹਨਾਂ ਦੀ ਲੋੜ ਸੀ ਕਿ ਜਮਾਤੀ ਲੋੜ ਸੀ ਇਹ। ਸੋ ਇੱਕ ਤਾਂ ਇਹ ਜਿਹੜਾ ਖਤਰਾ ਸੀ ਵੀ ਇਹਨੂੰ ਹੁਣ ਬਚਾਈਏ ਕਿਵੇਂ, ਇਹ ਬਹੁਤ ਜ਼ਿਆਦਾ ਮਨ ਦੇ ਉੱਤੇ ਪ੍ਰੈਸ਼ਰ ਉਸ ਹਾਕਮ ਜਮਾਤ ਦੇ ਉੱਤੇ ਜਾਂ ਕਮਿਊਨਿਸਟ ਪਾਰਟੀ ਦੇ ਉੱਤੇ ਪਿਆ। ਉਹ ਬਚਾਉਣ ਵਾਸਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਮਜ਼ਦੂਰ ਜਮਾਤ ਨੂੰ, ਦੁਨੀਆ ਭਰ ਦੀ ਨੂੰ ਇਹ ਕਿਹਾ ਕਿ ਇਹ ਦੁਨੀਆ ਭਰ ਦੇ ਮਜ਼ਦੂਰ ਜਮਾਤ ਦਾ ਅਤੇ ਕਮਿਊਨਿਸਟਾਂ ਦਾ ਇੱਕ ਕਿਲ੍ਹਾ ਹੈ। ਇਹ ਕਿਲ੍ਹੇ ਦੀ ਰੱਖਿਆ ਕਰਨੀ ਇਹ ਬਹੁਤ ਸ਼੍ਰੋਮਣੀ ਕਾਰਜ ਹੈ, ਫਰਜ਼ ਹੈ ਸਾਰਿਆਂ ਦਾ। ਕਿਉਂਕਿ ਜੇ ਇਹ ਕਿਲ੍ਹਾ ਵੀ ਜਾਂਦਾ ਰਿਹਾ ਫਿਰ ਕੁਛ ਨਹੀਂ ਰਹਿਣਾ, ਅਤੇ ਜੇ ਕਿਲ੍ਹਾ ਕਾਇਮ ਹੈ ਇੱਥੋਂ ਅਸੀਂ ਹੋਰ ਬਾਹਰ ਨੂੰ ਵਧਾ ਫੁੱਲਾਂਗੇ, ਹੋਰ ਦੇਸ਼ਾਂ ਦੇ ਵਿੱਚ ਵੀ ਇਨਕਲਾਬ ਆ ਜਾਣਗੇ। ਸੋ ਇੱਕ ਤਾਂ ਉਹ ਸੰਸਾਰ ਇਨਕਲਾਬ ਦਾ ਕੇਂਦਰ ਜਿੱਥੋਂ ਸਾਰੀ ਦੁਨੀਆ ਦੇ ਵਿੱਚ ਵੱਖ-ਵੱਖ ਜਿੱਥੇ ਵੀ ਸੁਭਾਵਨਾਵਾਂ ਦਿਸਦੀਆਂ ਸੀ, ਉੱਥੇ ਉਹਨਾਂ ਦਾ ਇਹ ਸੀ ਵੀ ਅਸੀਂ ਉੱਥੇ ਇਨਕਲਾਬ ਕਰਨੇ ਨੇ। ਉਹ ਪ੍ਰੇਰਨਾ ਵੀ ਦਿੰਦਾ ਸੀ, ਉਤਸ਼ਾਹ ਵੀ ਪੈਦਾ ਕਰਦਾ ਸੀ, ਅਤੇ ਉਹ ਗਾਈਡ ਵੀ ਕਰਦੇ ਸੀ ਕਿ ਇਹ ਹੁਣ ਸਾਡਾ ਜੁੰਮਾ ਬਣ ਗਿਆ, ਸਾਡੇ ਜੁੰਮੇ ਆ ਗਈ ਗੱਲ ਕਿ ਅਸੀਂ ਉਸ ਨੂੰ ਇਨਕਲਾਬ ਨੂੰ ਗਾਂ ਗਾਈਡ ਵੀ ਕਰੀਏ, ਸੇਧ ਦੇਈਏ ਇੱਕ। ਸੋ ਇਸ ਪੱਖੋਂ ਉਹ ਇਹ ਧਾਰਨਾ ਮਤਲਬ ਦਿਮਾਗਾਂ ਦੇ ਵਿੱਚ ਪੱਕੀ ਬਣ ਗਈ ਕਿ ਹੁਣ ਇਹ ਸਾਡਾ ਕਿਲ੍ਹਾ ਬਣ ਗਿਆ ਇੱਕ, ਅਤੇ ਇਹਦੀ ਰੱਖਿਆ ਕਰਨੀ ਸਾਡਾ ਸ਼੍ਰੋਮਣੀ ਫਰਜ਼ ਹੈ। ਸੋ ਉਹ ਫਿਰ ਕੀ ਬਣ ਗਿਆ, ਉਹ ਫਰਜ਼ ਤੁਹਾਡਾ ਧਰਮ ਅਤੇ ਕੌਮ ਤੋਂ ਉੱਪਰ ਉੱਠ ਗਏ ਕਿ ਧਰਮ ਆਪਦੀ ਕੌਮ ਨੂੰ ਭੁੱਲ ਜਾਓ, ਆਪਦੇ ਧਰਮ ਨੂੰ ਭੁੱਲ ਜਾਓ, ਅਤੇ ਅੱਜ ਰੱਖਿਆ ਉਹਦੀ ਕਰੋ। ਜਿਹੜੇ ਬੰਦੇ ਉਸ ਵਿਚਾਰਧਾਰਾ ਦੇ ਪ੍ਰਭਾਵ ਹੇਠ ਆਏ, ਇੱਕ ਤਾਂ ਇਹ ਮਤਲਬ ਉੱਥੇ ਪਿਆ, ਅਤੇ ਦੂਜਾ ਇਹ ਹੈ ਕਿ ਇੱਕ ਪ੍ਰੈਕਟੀਕਲ ਉਦਾਹਰਨ ਵਾਪਰ ਗਈ। ਇੱਕ ਤਾਂ ਆਪਾਂ ਜਿਵੇਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਪਹਿਲੇ ਐਪੀਸੋਡ 'ਚ ਵੀ ਜਿਹੜੀ ਇਹ ਵਿਚਾਰਧਾਰਾ ਨਾ, ਇਹਦਾ ਲੌਜਿਕ ਜੱਚਦਾ ਮਨ ਨੂੰ ਬੰਦੇ ਦੇ, ਨਵੇਂ ਬੰਦੇ ਦੇ, ਠੀਕ ਹੈ ਨਾ। ਉਹ ਕਨਵਿੰਸਿੰਗ ਵੀ ਹੈ ਲੌਜਿਕ,
ਦੂਜੀ ਗੱਲ ਜ਼ਿੰਦਗੀ ਦੀਆਂ ਹਾਲਤਾਂ ਲੋਕਾਂ ਨੂੰ ਧੱਕ ਰਹੀਆਂ ਹਰ ਜੀ, ਵੇਲੇ ਹਰ ਵੇਲੇ ਹਾਂਜੀ, ਹਾਂਜੀ। ਕਿਉਂਕਿ ਸਮਾਜ 'ਚ ਜਿੱਥੇ ਜਮਾਤਾਂ ਨੂੰ ਜਿੱਥੇ ਲੁੱਟ ਖਸੁੱਟ ਹੈ, ਜਿੱਥੇ ਜਾਬਰ ਤੇ ਮਜ਼ਲੂਮ ਹੈ, ਉੱਥੇ ਇਹ ਅਨਿਆਂ ਰਹਿਣਾ ਹੈ, ਜਾਬਰ ਰਹਿਣਾ ਹੈ, ਗਰੀਬੀ ਰਹਿਣੀ ਹੈ, ਬੇਰੁਜ਼ਗਾਰੀ ਰਹਿਣੀ ਹੈ, ਜੀ। ਬੇਚੈਨੀ ਰਹਿਣੀ ਹੈ। ਤੇ ਬੰਦੇ ਦੀ ਤਾਂਘ ਤਾਂ ਇਹ ਹੈ ਨਾ ਕਿ ਕੋਈ ਇਹੋ ਜਿਹਾ ਰਾਜ ਸਿਰਜਿਆ ਜਾਵੇ ਜਿੱਥੇ ਸੁਖੀ ਜਿੱਥੇ ਨਿਆਂ ਹੋ ਸਕੇ। ਸੋ ਉਸ ਤਾਂਘ ਦੇ ਵਿੱਚੋਂ ਬੰਦਿਆਂ ਨੂੰ ਜਦੋਂ ਦਿਸਿਆ ਵੀ ਉਹ ਇੱਕ ਕਮਾਲ ਕਿਆ ਕਰਤੀ ਹੈ ਨਾ, ਤੇ ਵੀ ਹੁਣ ਆਹ ਇੱਕ ਰਾਹ ਦਿਸਦਾ ਹੈ। ਸੋ ਇਸ ਕਰਕੇ ਫਿਰ ਦੁਨੀਆ ਦੇ ਵਿੱਚ ਜਗ੍ਹਾ ਜਗ੍ਹਾ ਬੁੱਧੀਮਾਨ ਤਬਕਾ ਖਾਸ ਕਰਕੇ ਈਵਨ ਯੂਰਪ ਦੇ ਵਿੱਚ ਬਹੁਤ ਜਿਹੜਾ ਬੁੱਧੀਮਾਨ ਤਬਕਾ ਇੰਟੈਲੀਜੈਂਸੀ ਹੈ, ਉਹ ਸੋਸ਼ਲਿਜ਼ਮ ਦਾ ਤੇ ਕਮਿਊਨਿਜ਼ਮ ਦਾ ਸ਼ਰਧਾਲੂ ਬਣ ਗਿਆ, ਜਿਹੜਾ ਪਹਿਲਾਂ ਉਹਨਾਂ ਨਹੀਂ ਸੀ ਉਦੋਂ ਕਿਤੇ ਵੱਧ, ਕਿਉਂਕਿ ਇੱਕ ਪ੍ਰੈਕਟੀਕਲ ਉਦਾਹਰਨ ਸਾਹਮਣੇ ਉਹ ਦਿਸ ਗਈ ਉਹਨਾਂ ਨੂੰ। ਸੋ ਇਸ ਕਰਕੇ ਮਤਲਬ ਫਿਰ ਜਗ੍ਹਾ ਜਗ੍ਹਾ ਦੁਨੀਆ ਦੇ ਵਿੱਚ ਉਹ ਜਿਹੜਾ ਬੁੱਧੀਮਾਨ ਤਬਕਾ ਹੈ ਉਹ ਇਸ ਵਿਚਾਰਧਾਰਾ ਵੱਲ ਨੂੰ ਉਲਰ ਗਿਆ। ਫਿਰ ਰੂਸ ਵਾਲਿਆਂ ਨੇ ਮਤਲਬ ਉਚੇਚੇ ਯਤਨ ਕਰਕੇ ਵੀ ਜਗ੍ਹਾ ਜਗ੍ਹਾ ਉਹ ਕਮਿਊਨਿਸਟ ਪਾਰਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇਹ ਰੂਸ ਬਚੂ ਤਾਂ ਜੇ ਜਗ੍ਹਾ ਜਗ੍ਹਾ ਜਿਹੜੇ ਸਰਮਾਏਦਾਰ ਜਾਂ ਸਾਮਰਾਜੀ ਮੁਲਕ ਹਨ ਉਹਨਾਂ ਦੇ ਅੰਦਰ ਹੀ ਉਹਨਾਂ ਨੂੰ ਉਲਝਾਈਏ, ਸੰਘਰਸ਼ਕ ਮਤਲਬ ਇਹ ਤਾਕਤਾਂ ਪੈਦਾ ਹੋਣ ਜਿਹੜੀਆਂ ਉਹਨਾਂ ਦੇ ਖਿਲਾਫ ਲੜਨ, ਤਾਂ ਕਿ ਉਹ ਇਕੱਠੇ ਹੋ ਕੇ ਜਾਂ ਆਪਦਾ ਸਮਾਂ ਕੱਢ ਕੇ ਜਾਂ ਤਾਕਤ ਜੋੜ ਕੇ ਰੂਸ ਤੇ ਹਮਲਾ ਨਾ ਕਰ ਸਕਣ। ਇਹ ਉਹਨਾਂ ਦੀ ਰਣਨੀਤੀ ਸੀਗੀ ਇੱਕ ਜਿਹੜੀ ਉਹਨਾਂ ਨੇ ਬਣਾਈ। ਇੱਕ ਜਿਹੜਾ ਇਹਦਾ ਹੋਰ ਪ੍ਰਭਾਵ ਪਿਆ ਉਹ ਇਹ ਪਿਆ ਕਿ ਪਹਿਲਾਂ ਤਾਂ ਜਿਹੜਾ ਇਨਕਲਾਬ ਦੀ ਗੱਲ ਉਹ ਬੜੀ ਇੱਕ ਅਸਪਸ਼ਟ ਤੇ ਧੁੰਦਲੀ ਸੀ, ਪ੍ਰੈਕਟੀਕਲ ਉਦਾਹਰਨ ਕੋਈ ਨਹੀਂ ਹੈ ਨਾ, ਤੇ ਉਹ ਫਰਾਂਸ ਦੇ ਦੀ ਸੀ ਪਰ ਉਹ ਹੋਰ ਕਿਸਮ ਦਾ ਇਨਕਲਾਬ ਸੀ। ਸੋ ਇਹ ਇਨਕਲਾਬ ਵੀ ਮਜ਼ਦੂਰ ਜਮਾਤ ਦਾ ਇਨਕਲਾਬ, ਸਮਾਜਵਾਦੀ ਇਨਕਲਾਬ ਜਦੋਂ ਉਹ ਵਾਪਰ ਗਿਆ ਤਾਂ ਉਹ ਇੱਕ ਪ੍ਰੈਕਟੀਕਲ ਮਾਡਲ ਆ ਗਿਆ। ਤੋ ਹਰ ਜਗ੍ਹਾ ਕੋਈ ਬੰਦਾ ਕਿਤੇ ਵੀ ਬੈਠਾ ਹੈ ਜਿਹੜਾ ਕਮਿਊਨਿਸਟ ਹੈ ਉਹਦੇ ਮਨ 'ਚੋਂ ਪੱਕਾ ਮਾਡਲ ਵੀ ਰੂਸ ਵਾਂਗੂ ਉਸੇ ਤਰੀਕੇ ਨਾਲ ਜਥੇਬੰਦ ਹੋਣਾ, ਉਸੇ ਤਰੀਕੇ ਨਾਲ ਇਨਕਲਾਬ ਕਰਨਾ। ਸੋ ਉਹ ਇੱਕ ਜਿਹੜਾ ਮਾਡਲ ਹੈ, ਨਮੂਨਾ ਹੈ, ਉਹ ਮਨ ਤੇ ਅੰਕਿਤ ਹੋ ਗਿਆ। ਸੋ ਉਸੇ ਤਰੀਕੇ ਨਾਲ ਕੰਮ ਕਰਨਾ ਸਾਰੀ ਜਗ੍ਹਾ ਤੇ ਉਹ ਸ਼ੁਰੂ ਕਰਤਾ। ਸੋ ਮੇਰੇ 1920 ਤੋਂ ਲੈ ਕੇ 1925 ਤੱਕ ਦੁਨੀਆ ਦੇ ਬਹੁ ਗਿਣਤੀ ਦੇਸ਼ਾਂ 'ਚ ਕਮਿਊਨਿਸਟ ਪਾਰਟੀਆਂ ਬਣ ਚੁੱਕੀਆਂ ਸੀ, ਚੰਗੀਆਂ ਮਾੜੀਆਂ, ਕੁਛ ਐਵੇਂ ਭਰੂਣ ਰੂਪ ਦੇ ਵਿੱਚ ਨਿਊਕਲੀਅਸ ਦੇ, ਤੇ ਹਰ ਜਗ੍ਹਾ ਹੋਇਆ ਇਹ ਵੀ ਜਿਹੜਾ ਬੁੱਧੀਮਾਨ ਤਬਕਾ ਹੈ ਉਹ ਅੱਗੇ ਆਇਆ ਤੇ ਉਹ ਆਪਦੇ ਆਪ ਨੂੰ, ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਜਿਹੜੇ ਹੁੰਦੇ ਨੇ ਵੀ ਅਸੀਂ ਚੇਤਨਾ, ਅਸੀਂ ਪ੍ਰਬੁੱਧ ਵਿਅਕਤੀਆਂ ਹੈ ਨਾ, ਅਸੀਂ ਮਜ਼ਦੂਰ ਜਮਾਤ ਨੂੰ ਅਗਵਾਈ ਦੇ ਸਕਦੇ ਹਾਂ, ਉਹਦੇ ਹਿੱਤਾਂ ਦੀ ਅਸੀਂ ਤਰਜਮਾਨੀ ਕਰਦੇ ਹਾਂ। ਸੋ ਹਿੱਤਾਂ ਦੇ ਤਰਜਮਾਨ ਤੇ ਉਹਦੀ ਰੱਖਿਆ ਕਰਨ ਦੇ ਜਾਮਨ ਬਣ ਕੇ ਉਹ ਇੱਕ ਬੁੱਧੀਮਾਨ ਤਬਕਾ ਨਿਊਕਲੀਅਸ ਬਣਿਆ, ਉਹ ਗੁੱਲੀ ਬਣਿਆ ਜਿਹਦੇ ਦੁਆਲੇ ਪਾਰਟੀਆਂ ਬਣੀਆਂ। ਤੇ ਉਹ ਹਰ ਜਗ੍ਹਾ ਦੇ ਉੱਤੇ ਉਹ ਰੂਸ ਵੱਲ ਨੂੰ ਅਗਵਾਈ ਲਈ ਉਹ ਦੇਖਦਾ ਸੀ ਤੇ ਰੂਸ ਤੋਂ ਹੀ ਪ੍ਰੇਰਨਾ ਲੈਂਦਾ ਸੀ। ਸੋ ਇਹ ਕਹਿ ਲਓ ਕਿ ਕਮਿਊਨਿਸਟ ਪਾਰਟੀਆਂ ਦੇ ਜੰਮਦਿਆਂ ਦੇ ਹੀ ਇੱਕ ਜਿਹੜੀ ਰੂਸ ਭਗਤੀ ਹੈ ਉਹਨਾਂ ਨੂੰ ਜੱਚ ਗਈ ਸੀ ਇਹ ਗੱਲ ਕਿ ਜੇ ਕਿਲੇ ਹੀ ਗਿਆ ਫਿਰ ਤਾਂ ਸਾਡੇ ਕੋਲ ਕੁਝ ਵੀ ਨਹੀਂ ਰਹਿਣਾ। ਸੋ ਇਹ ਇੱਕ ਗੱਲ ਮਨ ਦੇ ਵਿੱਚ ਪੱਕੀ ਜੱਚ ਗਈ ਸੀ, ਜਿਹਦੇ ਕਰਕੇ ਉਹਨਾਂ 'ਚ ਨਾ ਇੱਕ ਰੂਸ ਭਗਤੀ ਦਾ ਜਿਹੜਾ ਜਜ਼ਬਾ ਸੀ ਉਹ ਕਾਫੀ ਡੂੰਘੀ ਉਹ ਜੜ ਫੜ ਗਿਆ। ਸੋ ਇਹ ਫਿਰ ਹੋਇਆ ਕਿ ਇੱਕ ਤਾਂ ਕਮਿਊਨਿਸਟ ਪਾਰਟੀਆਂ ਬਣ ਗਈਆਂ ਜਗ੍ਹਾ ਜਗ੍ਹਾ ਦੇ ਉੱਤੇ, ਦੂਜਾ ਫਿਰ ਉਹ ਲਹਿਰਾਂ, ਕਿਉਂਕਿ ਲੋਕ ਲੜ ਤਾਂ ਰਹੇ ਹੀ ਹੁੰਦੇ ਆ, ਸਮੱਸਿਆਵਾਂ ਤਾਂ ਹੁੰਦੀਆਂ ਹੀ ਆ, ਉਹ ਜਦੋਂ ਉਹਨਾਂ ਨੂੰ ਇੱਕ ਸਾਹਮਣੇ ਉਦਾਹਰਨ ਦਿਸ ਗਈ, ਇੱਕ ਵਿਚਾਰਧਾਰਾ ਦਿਸ ਗਈ, ਇੱਕ ਉਮੀਦ ਦਿਸ ਗਈ, ਉਹ ਲਹਿਰਾਂ ਦੇ ਵਿੱਚ ਵੀ ਇੱਕ ਵੱਡਾ ਉਭਾਰ ਉਹ ਦੇਖਣ ਨੂੰ ਮਿਲਿਆ। ਸੋ ਇਸ ਤਰ੍ਹਾਂ ਜਿਹੜੀਆਂ ਇਹ ਹੈਗੀਆਂ ਆਪਣੀਆਂ ਕਮਿਊਨਿਸਟ ਪਾਰਟੀਆਂ ਬਣ ਗਈਆਂ। ਫਿਰ ਰੂਸ ਵਾਲਿਆਂ ਨੇ ਆਪਦੇ ਪਹਿਲ ਕਦਮੀ ਕਰਕੇ ਕੀ ਕੀਤਾ ਕਿ ਹੁਣ ਇਹ ਸਾਰੇ ਕੁਛ ਨੂੰ ਅਗਵਾਈ ਦੇਣ ਵਾਸਤੇ ਇੱਕ ਕੌਮਾਂਤਰੀ ਸਟਰਕਚਰ ਖੜਾ ਕੀਤਾ ਜਾਵੇ। ਜਿਵੇਂ ਪਹਿਲਾਂ ਸੀਗਾ, ਆਪਾਂ ਮਾਰਕਸ ਨੇ ਵੀ, ਮਾਰਕਸ ਵੇਲੇ ਵੀ ਬਣੀ ਸੀ ਜਿਹਨੂੰ ਫਸਟ ਕਮੈਂਟਰਨ ਕਹਿੰਦੇ ਆ ਹੈ ਨਾ, ਕੌਮਾਂਤਰੀ। ਫਿਰ ਉਹ ਕੁਛ 5 ਸਾਲ ਚੱਲੀ, ਉਹ ਟੁੱਟ ਗਈ। ਫਿਰ ਦੂਜੀ ਬਣੀ ਤੇ ਸੰਸਾਰ ਜੰਗ ਵੇਲੇ ਉਹ ਟੁੱਟ ਗਈ, ਅੱਡ ਅੱਡ ਪੋਜੀਸ਼ਨਾਂ ਲੈ ਲਈਆਂ ਹੈ ਨਾ। ਫਿਰ ਰੂਸ ਵਾਲਿਆਂ ਨੇ ਇੱਕ ਜਿਹੜੀ ਥਰਡ ਇੰਟਰਨੈਸ਼ਨਲ, ਤੀਜੀ ਜਿਹੜੀ ਇੰਟਰਨੈਸ਼ਨਲ ਹੈ ਉਹ ਬਣੀ, ਜਿਹਦੇ ਵਿੱਚ ਅੱਡ ਅੱਡ ਦੁਨੀਆ 'ਚੋਂ ਨੁਮਾਇੰਦੇ ਵੀ ਲਏ, ਪਰ ਮੇਨਲੀ ਉੱਥੇ ਜੋ ਡੋਮੀਨੇਟ ਕਰਦੇ ਸੀਗੇ ਉਹ ਕਰਦੀ ਸੀ ਰੂਸ ਦੀ ਕਮਿਊਨਿਸਟ ਪਾਰਟੀ, ਕਿਉਂਕਿ ਹਰ ਉਹਦਾ ਹੈੱਡਕੁਆਟਰ ਵੀ ਮਾਸਕੋ, ਤੇ ਦੂਜੀ ਗੱਲ ਉਹ ਹਰ ਪੱਖੋਂ ਨਿਰਭਰ ਉਹਦੇ ਉੱਤੇ। ਸੋ ਉਹ ਇੱਕ ਜਥੇਬੰਦੀ ਬਣ ਗਈ, ਕੌਮਾਂਤਰੀ ਜਥੇਬੰਦੀ। ਤੇ ਫਿਰ ਹਰ ਦੇਸ਼ ਦੇ ਕਮਿਊਨਿਸਟ ਆਪਦੀ ਅਗਵਾਈ ਵਾਸਤੇ ਉਧਰ ਨਿਗਾਹ, ਉਧਰ ਦੇਖਦੇ ਸੀ।
ਸੋ ਉਹਦੇ ਨਾਲ ਕੀ ਹੋਇਆ ਕਿ ਤੁਹਾਡੀਆਂ ਆਪਦੀਆਂ ਹਾਲਤਾਂ ਕੀ ਨੇ, ਤੁਹਾਡਾ ਆਪਦਾ ਇਤਿਹਾਸ ਕੀ ਹੈ, ਤੁਹਾਡਾ ਆਪਦਾ ਵਿਰਸਾ ਕੀ ਹੈ, ਤੇ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਸਾਰਾ ਕੁਝ ਛੱਡ ਦਿਓ। ਤੇ ਉਹ ਬੰਦੇ ਨਾ ਜਿਵੇਂ ਬਸ ਰੂਸ ਵਾਲੀ ਗੱਲ ਹੀ ਵੀ ਜੋ ਇਸ਼ਾਰਾ ਉਧਰੋਂ ਆਊ, ਜੋ ਗੱਲ ਉਧਰੋਂ ਦੱਸੀ ਜਾਊ, ਬਸ ਉਹੀ ਅੰਤਮ ਸੱਚ ਹੋਊ। ਜੀ ਜੀ। ਉਹਦੇ ਨਾਲ ਜਿਵੇਂ ਇਹ ਕਹਿ ਲਓ ਕਿ ਹੌਲੀ ਹੌਲੀ ਜਿਹੜੀ ਹੁੰਦੀ ਹੈ ਨਾ ਆਜ਼ਾਦਾਨਾ ਸੋਚਣ ਦੀ ਸਮਰੱਥਾ, ਉਹ ਨਕਾਰਾ ਹੁੰਦੀ ਨਕਾਰਾ ਗਈ। ਤੇ ਉਹ ਬੰਦੇ ਮਤਲਬ ਹਦਾਇਤਾਂ ਉੱਥੋਂ ਉਡੀਕਣ ਲੱਗੇ ਵੀ ਜੋ ਹਦਾਇਤ ਹੁਕਮ ਉੱਥੋਂ ਲੱਗਿਆ ਆਊ। ਉਹੀ ਕਰਾਂ। ਹਾਂ, ਸੋ ਇਹ ਬਿਰਤੀ ਜਿਹੜੀ ਆ ਹੌਲੀ ਹੌਲੀ ਇਹਨੇ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਹੀ ਜਿਹੜਾ ਇੰਟੈਲੈਕਟ ਹੈ, ਬੁੱਧੀ ਹੈ, ਉਹ ਬੁੱਧੀ ਦੇ ਉੱਤੇ ਬੜਾ ਅਸਰ ਪਾਇਆ। ਹਾਲਾਂਕਿ ਬੰਦੇ ਬੜੇ ਲਾਇਕ ਆਏ ਕਮਿਊਨਿਸਟ ਲਹਿਰ ਦੇ ਵਿੱਚ ਹਰ ਜਗ੍ਹਾ ਹੀ, ਪਰ ਉਹ ਲਿਆਕਤ ਕੀ ਕਰੂ ਜਦੋਂ ਮਤਲਬ ਉਹਨਾਂ ਨੇ ਉਹ ਇਹਨਾਂ ਵਿਚਾਰਕ ਖਿੱਤੇ ਦੇ ਵਿੱਚ ਕਿਹੋ ਜਿਹੀਆਂ ਚੁਣੌਤੀਆਂ ਜਿਹੜੀਆਂ ਇੱਥੇ ਪੈਦਾ ਹੋਈਆਂ ਤੇ ਉੱਥੇ ਉਹ ਕਿਵੇਂ ਉਹਨਾਂ ਹਾਂ ਨੇ ਹਾਂ ਇਹ ਉਹਨਾਂ ਨੂੰ ਮਤਲਬ ਉਹ ਉਸ ਪੱਖੋਂ ਨਹੀਂ ਸੀਗੇ, ਉਹ ਤਾਂ ਉਹਨਾਂ ਰਟੇ ਰਟਾਏ ਫਾਰਮੂਲੇ, ਫਿਰ ਉੱਥੇ ਯੂਨੀਵਰਸਿਟੀ ਖੋਲ੍ਹਤੀ ਪੂਰਬ ਦੇ ਲੋਕਾਂ ਵਾਸਤੇ, ਹੈ ਨਾ। ਉਹ ਯੂਨੀਵਰਸਿਟੀ 'ਚ ਬੰਦੇ ਸੱਦ ਕੇ ਪੜ੍ਹਾਉਣੇ, ਟ੍ਰੇਨਡ ਕਰਨੇ, ਬ੍ਰੇਨ ਵਾਸ਼ ਕਰਨਾ, ਇਸ ਤਰ੍ਹਾਂ ਕਰਨਾ ਸ਼ੁਰੂ ਕਰਤਾ। ਚਲੋ ਫਿਰ ਹੁਣ ਆਫਟਰ ਆਲ ਇੱਕ ਨਵਾਂ ਰਾਜ ਹੋਂਦ 'ਚ ਆ ਗਿਆ ਤਕੜਾ। ਹੁਣ ਰੂਸੀ ਸਾਮਰਾਜ ਕਿੱਡਾ ਵੱਡਾ ਸੀ ਤੇ ਉਹ ਛੋਟੀ ਤਾਕਤ ਨਹੀਂ ਸੀਗੀ, ਤੇ ਇਸ ਕਰਕੇ ਉਹਨੇ ਫਿਰ ਆਪਦੀਆਂ ਜਿਹੜੀਆਂ ਐਮਬੈਸੀਜ਼ ਬਣਾਈਆਂ, ਹੈ ਨਾ, ਸਾਰੇ ਮੁਲਕਾਂ ਦੇ ਵਿੱਚ। ਉਹ ਐਕਚੁਅਲੀ ਜਿਹੜੀਆਂ ਐਮਬੈਸੀ ਸੀਗੀਆਂ ਉਹ ਉੱਥੇ ਉਹਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦਾ ਜਾਂ ਰੂਸ ਭਗਤੀ ਦਾ ਜਜ਼ਬਾ ਪੈਦਾ ਕਰਨ ਦਾ ਉਹ ਅੱਡੇ ਬਣ ਗਈਆਂ। ਤੇ ਉਹ ਹੁਣ ਤਾਂ ਖੈਰ ਗੱਲਾਂ ਕਾਫੀ ਸਾਹਮਣੇ ਆ ਗਈਆਂ ਵੀ ਉਹਨਾਂ ਨੇ ਕਿਵੇਂ ਲੋਕਾਂ ਨੂੰ ਆਪਦੇ ਨਾਲ ਜੋੜਿਆ, ਲਾਲਚ ਦੇ ਕੇ ਵੀ, ਤੇ ਹੋਰ ਬੜੇ ਢੰਗ ਉਹਨਾਂ ਨੇ ਵਰਤੇ। ਤੇ ਉਧਰੋਂ ਪ੍ਰਾਪੇਗੰਡਾ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਉਹ ਸ਼ੁਰੂ ਹੋਇਆ। ਸੋ ਇਹ ਸੀਗੀ ਇੱਕ ਓਵਰਆਲ ਜੀ ਸਿਚੁਏਸ਼ਨ, ਜਗ੍ਹਾ ਜਗ੍ਹਾ ਜਿਹੜੀਆਂ ਕਮਿਊਨਿਸਟ ਪਾਰਟੀਆਂ ਬਣੀਆਂ। ਹੁਣ ਇਹਦੇ ਵਿੱਚੋਂ ਇਹ ਸੀ ਕਿ ਇੱਕ ਤਾਂ ਜਿਹੜਾ ਹੈਗਾ ਨਾ ਯੂਰਪ ਦੇ ਵਿੱਚ ਕਾਫੀ ਤਕੜੀ ਕਮਿਊਨਿਸਟ ਲਹਿਰ ਉੱਠ ਖੜੀ ਹੋਈ ਸੀ, ਪਰ ਉੱਥੇ ਕੋਈ ਇਨਕਲਾਬ ਨਹੀਂ ਹੋ ਸਕਿਆ। ਤੇ ਕਿਉਂਕਿ ਉੱਥੇ ਮੁਸ਼ਕਲ ਸੀਗਾ, ਉੱਥੇ ਜਿਹੜਾ ਸਾਮਰਾਜ ਆ ਜਾਂ ਜਿਹੜੀ ਸਰਮਾਏਦਾਰੀ ਹੈ ਉਹ ਬੜੀ ਤਕੜੀ ਸੀ, ਪੈਰ ਉੱਥੇ ਜ਼ਿਆਦਾ। ਤੇ ਇਸ ਕਰਕੇ ਜਿਹੜੇ ਆਹ ਮੁਲਕਨ, ਜਿਹੜੇ ਪਛੜੇ ਹੋਏ ਮੁਲਕਨ, ਇੱਥੇ ਮਤਲਬ ਜਿਹੜੇ ਵਿਰੋਧ ਬੜੇ ਹੋਰ ਤਰ੍ਹਾਂ ਦੇ ਸੀਗੇ। ਸੋ ਇੱਥੇ ਵੱਧ ਸੰਭਾਵਨਾ ਬਣਦੀ ਸੀ ਕਿ ਇਨਕਲਾਬ ਦੀ। ਉਹ ਫਿਰ ਇਹਨਾਂ ਨੇ ਇੱਧਰ ਨੂੰ ਕਾਫੀ ਜ਼ੋਰ ਦਿੱਤਾ, ਏਸ਼ੀਆ 'ਚ, ਅਫਰੀਕਾ 'ਚ, ਤੇ ਈਵਨ ਲਤੀਨੀ ਅਮਰੀਕਾ 'ਚ, ਵੀ ਜਿਹੜੇ ਨੌਨ ਵੈਸਟਰਨ ਗੈਰ ਪੱਛਮੀ ਮੁਲਕਨ, ਵੀ ਇਹਨਾਂ ਵਿੱਚ ਜ਼ੋਰ ਲਾਇਆ ਜਾਵੇ। ਫਿਰ ਇੱਥੇ ਹਿੰਦੁਸਤਾਨ 'ਚ ਜਿਹੜੀ ਕਮਿਊਨਿਸਟ ਪਾਰਟੀ ਬਣੀ ਉਹ 1925 'ਚ ਬਣੀ, ਤੇ ਰੂਸ ਦੇ ਜਿਹੜੇ ਹੈਗਾ ਚੀਨ ਦੇ ਵਿੱਚ ਬਣ ਗਈ ਸੀ 1921 'ਚ। ਇਸ ਤਰ੍ਹਾਂ ਬਾਕੀ ਮੈਕਸੀਕੋ, ਜਿੰਨੇ ਵੀ ਦੇਸ਼ ਨੇ, ਹੈ ਨਾ, ਉਹਨਾਂ 'ਚੋਂ ਛੋਟੇ ਛੋਟੇ ਗਰੁੱਪ ਜੇ ਇਕੱਠੇ ਹੋ ਕੇ ਉਹਨਾਂ ਨੇ ਉਹ ਕਮਿਊਨਿਸਟ ਪਾਰਟੀਆਂ ਬਣਾ ਲਈਆਂ। ਤੇ ਰੂਸ ਦੇ ਤਰਜ਼ 'ਤੇ ਹੀ, ਜਿਵੇਂ ਰੂਸ ਵਾਲਿਆਂ ਨੇ ਕੰਮ ਕੀਤਾ ਸੀ ਵੀ ਸ਼ਹਿਰਾਂ ਦੇ ਵਿੱਚ ਮਜ਼ਦੂਰ ਜਮਾਤ 'ਚ, ਇੰਟੈਲੀਜੈਂਸੀਏ 'ਚ, ਜਿਵੇਂ ਉਹਨਾਂ ਨੇ ਕੰਮ ਕੀਤਾ ਉਸੇ ਪੈਟਰਨ 'ਤੇ ਕੰਮ ਕਰਨਾ ਸ਼ੁਰੂ ਕਰਤਾ। ਸੋ ਇਹਦੇ ਵਿੱਚੋਂ ਜਿਹੜੀ ਫਿਰ ਜ਼ਿਆਦਾ ਪਾਰਟੀ ਉੱਭਰ ਕੇ ਸਾਹਮਣੇ ਆਈ ਜਾਂ ਜਿਹਦਾ ਇਨਕਲਾਬ ਵੀ ਕਰ ਗਏ ਅਖੀਰ ਨੂੰ, ਉਹ ਸੀ ਚੀਨ। ਬਾਕੀ ਕਿਸੇ ਥਾਂ 'ਤੇ ਉਹ ਸਪੀਡ ਦੇ ਵਿੱਚ ਛੇਤੀ ਕੀਤਿਆਂ। ਰੂਸ ਤੋਂ ਅਗਲਾ ਇਨਕਲਾਬ ਜਿਹੜਾ ਹੋਇਆ ਉਹ ਚੀਨ 'ਚ ਹੀ ਹੋਇਆ। ਉਹ ਉਦੋਂ ਬਾਅਦ ਚੀਨ ਦੇ ਵਿੱਚ ਹੀ ਹੋਇਆ, ਵੱਡਾ ਇਨਕਲਾਬ ਸਮਝ ਲਓ। ਤੇ ਚੀਨ ਦਾ ਇਨਕਲਾਬ ਹੁਣ ਇਹ ਸੀ ਕਿ ਜਦੋਂ ਤਾਂ ਉਹਨੇ ਕੰਮ ਸ਼ੁਰੂ ਕੀਤਾ, ਉਹ ਤਾਂ ਉਹੀ ਬੁੱਧੀਮਾਨ ਬੰਦੇ ਤੇ ਰੂਸ ਤੋਂ ਉਧਾਰਾ ਲਿਆ ਸਭ ਕੁਝ, ਤੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ, ਜਿਵੇਂ ਜਿਹੜੇ ਆਪਣੇ ਚੀਨ ਦੇ ਸ਼ਹਿਰ ਹਨ, ਜਿਹੜੇ ਉਸ ਮੌਕੇ ਸੰਤੀ ਸ਼ਹਿਰ ਸੀ, ਹੁਣ ਵੀ ਉਹ ਵੱਡੇ ਵੱਡੇ, ਵੂਹਾਨ, ਆਪਾਂ ਕੋਵਿਡ ਦੇ ਵਿੱਚ ਸੁਣਿਆ ਹੈ ਨਾ, ਵੂਹਾਨ ਤੇ ਗਿਆਂਗਜੂ, ਤੇ ਦੂਜਾ ਆਪਣਾ ਨੈਨਚੰਗ, ਤੇ ਤੀਜਾ ਸ਼ੰਘਾਈ, ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਸੈਂਟਰ ਸੀ ਨਾ, ਸੰਤੀ ਸੈਂਟਰ ਤੇ ਸ਼ਹਿਰ ਵੱਡੇ, ਉਹਨਾਂ 'ਚ ਉਹਨਾਂ ਨੇ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਮਜ਼ਦੂਰ ਜਮਾਤ ਨੂੰ ਉਹ ਬਗਾਵਤਾਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਸਾਰੀਆਂ ਹੀ ਅਟੈਂਪਟਸ ਜਿਹੜੀਆਂ ਉਹ ਫੇਲ ਹੋਈਆਂ। ਉਹਦੇ ਕਾਰਨ ਇਹ ਸੀ ਕਿ ਇੱਕ ਤਾਂ ਚੀਨ ਦੇ ਵਿੱਚ ਅਜੇ ਸੰਤੀ ਵਿਕਾਸ ਬਹੁਤ ਹੀ ਨੀਵੇਂ ਪੱਧਰ 'ਤੇ ਸੀ, ਪਛੜਿਆ ਹੋਇਆ ਸੀ। ਮਜ਼ਦੂਰ ਜਮਾਤ ਦੀ ਐਡੀ ਵੱਡੀ ਗਿਣਤੀ ਨਹੀਂ ਸੀ। ਚੀਨ ਬਹੁਤ ਹੀ ਪਛੜਿਆ ਹੋਇਆ ਦੇਸ਼ ਸੀਗਾ, ਤੇ ਉਹ ਮੇਨਲੀ ਐਗਰੀਕਲਚਰ ਦੇਸ਼ ਸੀ। ਤੇ ਸਿਰਫ ਜਿਹੜੇ ਬੰਦਰਗਾਹਾਂ ਵਾਲੇ ਹੈਗੇ ਪੋਰਟ ਸਿਟੀਜ਼, ਉੱਥੇ ਥੋੜ੍ਹੀ ਬਹੁਤੀ ਇਹ ਡਿਵੈਲਪਮੈਂਟ ਹੋਈ ਸੀ, ਤੇ ਉਹ ਅਜੇ ਐਡੀ ਮਜ਼ਦੂਰ ਜਮਾਤ ਇੰਨੀ ਤਕੜੀ ਨਹੀਂ ਸੀ ਕਿ ਉਹ ਉਸ ਨੂੰ ਸਰਕਾਰ ਨੂੰ ਉਲਟਾ ਸਕੇ। ਸੋ ਉਹ ਬਗਾਵਤਾਂ ਜਿਹੜੀਆਂ ਉਹ ਫੇਲ ਹੋ ਗਈਆਂ। ਤੇ ਹੋਇਆ ਫਿਰ ਇਹ ਕਿ
ਅਖੀਰ ਨੂੰ ਪੇਂਡੂ ਇਲਾਕਿਆਂ ਦੇ ਵਿੱਚ ਵੀ ਜਾਗ ਲੱਗੀ ਹਰ ਜਗ੍ਹਾ ਹੀ। ਜਿਹੜੇ ਕਿਸਾਨ ਹੈ ਉਹ ਜਿਹੜੇ ਜਗੀਰੂ ਲੁੱਟ ਖਸੁੱਟ ਦਾ, ਕਿਉਂਕਿ ਆਪਾਂ ਅੱਜ ਆਪਾਂ ਕਲਪਨਾ ਨਹੀਂ ਕਰ ਸਕਦੇ ਕਿ ਉਹ ਕਿਸ ਕਿਸਮ ਦਾ ਜ਼ਬਰ ਹੁੰਦਾ ਸੀ, ਉਹਨਾਂ ਦੀ ਰਹਿਣੀ ਸਹਿਣੀ, ਕਿ ਪੰਜਾਬ 'ਚ ਨਹੀਂ ਆਪਾਂ ਨੂੰ ਅੰਦਾਜ਼ਾ ਲੱਗਦਾ। ਇੱਥੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਹੀ ਉਹ ਭੰਨਤੀ ਸੀਗੀ, ਪਰ ਬਾਕੀ ਆਪਾਂ ਹਿੰਦੁਸਤਾਨ ਦੇ ਹਿੱਸਿਆਂ 'ਚ ਦੇਖਦੇ ਹਾਂ ਕਿੰਨੀ ਗੁਰਬਤ, ਕਿੰਨੀ ਜਲਾਲਤ ਉਹਨਾਂ ਨੂੰ ਸਹਿਣੀ ਪੈਂਦੀ ਹੈ ਨਾ। ਅਤੇ ਇਸ ਤਰ੍ਹਾਂ ਹੀ ਚੀਨ ਦੇ ਵਿੱਚ ਸੀ। ਅਤੇ ਚੀਨ ਦੇ ਵਿੱਚ ਇਹ ਸੀ ਕਿ ਆਪਾਂ ਜੇ ਦੇਖੀਏ ਹਾਲਤ ਕੀ ਸੀ, ਉੱਥੇ ਨਾ ਕੋਈ ਯੂਨੀਫਾਈਡ ਗੌਰਮੈਂਟ ਨਹੀਂ ਸੀ। ਇੰਡੀਆ ਨਾਲੋਂ ਫਰਕ ਇਹ ਸੀ ਕਿਉਂਕਿ ਇੰਡੀਆ ਤਾਂ ਬਣ ਚੁੱਕਿਆ ਸੀ ਕਲੋਨੀ, ਬ੍ਰਿਟਿਸ਼ ਸਾਮਰਾਜ ਆ ਗਿਆ ਅਤੇ ਉਹਨੇ ਇਹਨੂੰ ਸਾਰੇ ਨੂੰ ਇਕੱਠਾ ਕਰਕੇ ਇੱਥੇ ਇੱਕ ਤਕੜੀ ਯੂਨੀਫਾਈਡ ਸੈਂਟਰਲਾਈਜ਼ਡ ਗੌਰਮੈਂਟ ਸਥਾਪਿਤ ਕਰ ਲਈ। ਚੀਨ ਦੇ ਵਿੱਚ ਇਹ ਨਹੀਂ ਸੀ ਅਜੇ। ਚੀਨ ਦੇ ਵਿੱਚ ਕੀ ਸੀਗੇ, ਉਹ ਅੱਡ-ਅੱਡ ਇਲਾਕਿਆਂ 'ਚ ਵਾਰਲੌਰਡਸ ਕਹਿੰਦੇ ਸੀ ਉਹਨੂੰ, ਡਾਕੂ ਕਹਿ ਲਓ ਵੱਡੇ, ਜਿਨ੍ਹਾਂ ਕੋਲ ਆਪਦੀਆਂ ਫੌਜਾਂ, ਆਪਦੇ ਇਲਾਕੇ ਨੇ, ਅਤੇ ਕਈ ਕਬੀਲਿਆਂ ਦੇ ਸਰਦਾਰ, ਐਥਨਿਕ ਵਾਰਲੌਰਡਸ ਕਈ ਇਲਾਕਿਆਂ ਦੇ ਵਿੱਚ। ਜਿਵੇਂ ਆਪਣਾ ਉਦਾਹਰਨ ਦੇਣੀ ਹੋਵੇ ਚੰਬਲ ਘਾਟੀ ਦੇ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਸੀ ਨਾ, ਵੀ ਉਹ ਜਿਹੜੇ ਗਰੋਹ ਬਣ ਗਏ ਅਤੇ ਫਿਰ ਉਹ ਉੱਥੇ ਉਹਨਾਂ ਦੀ ਚੱਲਦੀ ਸੀ ਅਤੇ ਉਹਨਾਂ ਕੋਲ ਆਪਦੀਆਂ ਆਰਮੀ ਸੀਗੀਆਂ ਬਕਾਇਦਾ, ਅਤੇ ਉਹਨਾਂ ਦਾ ਕੰਮ ਹੁੰਦਾ ਸੀ ਲੁੱਟ ਅਤੇ ਮਾਰ ਧਾੜ। ਇਹੋ ਜਿਹੇ ਵਾਰਲੌਰਡ ਸੈਂਕੜਿਆਂ ਦੀ ਗਿਣਤੀ 'ਚ ਸੀਗੇ। ਅਤੇ ਫਿਰ ਉੱਥੇ ਜਿਹੜੀ ਲਹਿਰ ਉੱਠੀ ਇਦੋਂ ਪਹਿਲਾਂ ਕਮਿਊਨਿਸਟਾਂ ਤੋਂ, ਉਹ ਉੱਠੀ ਸੀਗੀ ਇੱਕ ਕੌਮੀ ਲਹਿਰ ਕਹਿ ਲਓ, ਜਿਵੇਂ ਕਾਂਗਰਸ ਸੀ ਆਪਣੇ, ਜੇ ਆਪਾਂ ਉਸ ਤਰ੍ਹਾਂ ਤੁਲਨਾ ਕਰਨੀ ਹੋਵੇ ਇੱਕ ਕਾਂਗਰਸ ਟਾਈਪ ਜਥੇਬੰਦੀ, ਉਹਦਾ ਨਾਂ ਸੀ ਕੌਮਨਤਾਂਗ। ਅਤੇ ਉਹਦਾ ਜਿਹੜਾ ਆਗੂ ਸੀਗਾ ਬਹੁਤ ਪਾਪੂਲਰ ਅਤੇ ਜਿਹਦੇ ਕੋਲ ਇੱਕ ਵਿਜ਼ਨ ਸੀਗਾ, ਅਤੇ ਉਹ ਸੀਗਾ ਆਪਣਾ ਸਨ ਜੈਤਸਨ। ਇਹ ਜਦੋਂ ਆਪਣੇ ਗਾਦਰੀ ਬਾਬੇ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸੀਗੇ, ਉਦੋਂ ਉਹ ਵੀ ਅਮਰੀਕਾ ਪਹੁੰਚ ਗਿਆ ਸੀ ਕਿ ਚੀਨੀ ਬਹੁਤ ਵਰਕਰ ਸੀਗੇ, ਮਤਲਬ ਵਰਕਰ ਜਾਂ ਇੰਡੀਆ 'ਚੋਂ ਜਾਂ ਚੀਨੀ, ਅਤੇ ਉਹ ਇਕੱਠੇ ਹੀ ਹੁੰਦੇ ਸੀਗੇ। ਸੋ ਇਸ ਕਰਕੇ ਉਹ ਉੱਥੇ ਸਨ ਜੈਤਸਨ ਨੇ ਜਾ ਕੇ ਮੀਟਿੰਗਾਂ ਐਡਰੈਸ ਕਰਦਾ ਸੀ, ਅਤੇ ਉਹਦਾ ਫਿਰ ਸਾਡੇ ਗਾਦਰੀ ਬਾਬਿਆਂ ਨਾਲ ਤਾਲਮੇਲ ਹੋ ਗਿਆ ਸੀ। ਅਤੇ ਇਸ ਕਰਕੇ ਆਪਣੇ ਕੁਛ ਬੰਦੇ ਜਿਹੜੇ ਨਾ, ਕਿਉਂਕਿ ਜਿਹੜਾ ਸ਼ੰਘਾਈ ਹੈ ਇਹ ਬ੍ਰਿਟਿਸ਼ ਦੇ ਅਧੀਨ ਹੀ ਸੀ, ਇੱਧਰ ਹਾਂਗਕਾਂਗ ਤੱਕ ਸਾਰੇ ਥਾਵਾਂ ਦੇ ਉੱਤੇ, ਸਿੰਗਾਪੁਰ, ਇਹ ਸਾਰਾ ਬਰਤਾਨਵੀ ਰਾਜ ਹੀ ਸੀ, ਮਲਾਇਆ ਬਰਮਾ ਹੈ ਨਾ, ਅਤੇ ਉਹ ਚੀਨ ਤੱਕ ਉਹਨਾਂ ਦਾ ਸੀਗਾ ਬਹੁਤ ਦੂਰ ਦੂਰ ਤੱਕ। ਇਸ ਕਰਕੇ ਇੱਥੋਂ ਵੀ ਬੰਦੇ ਫਿਰ ਉਹ ਕੋਈ ਪੁਲਿਸ ਦੇ ਵਿੱਚ, ਕੋਈ ਮਤਲਬ ਸਿਕਿਉਰਿਟੀ ਦੇ ਵਿੱਚ ਹੈ ਨਾ, ਚੌਂਕੀਦਾਰ, ਕੋਈ ਕੁਛ, ਉੱਥੇ ਬੰਦੇ ਆਪਣੇ ਬਹੁਤ ਚਲੇ ਗਏ ਸੀ। ਉਹ ਬੰਦਿਆਂ ਦਾ ਕੌਮਨਤਾਂਗ ਨਾਲ ਸੰਪਰਕ ਹੋ ਗਿਆ ਸੀ, ਜਿਵੇਂ ਬਾਬਾ ਨਿਧਾਨ ਸਿੰਘ ਚੁੱਗਾ ਹੋਰੀ, ਉਹਨਾਂ ਦਾ ਉੱਥੇ ਕੌਮਨਤਾਂਗ ਨਾਲ ਸੰਪਰਕ ਹੋ ਗਿਆ। ਸੋ ਉਹ ਉਹਨਾਂ ਨੂੰ ਵੀ ਟ੍ਰੇਨਿੰਗ ਮਿਲ ਗਈ, ਇੱਕ ਜਾਗਰੂਕਤਾ ਉਹਨਾਂ 'ਚ ਵੀ ਆ ਗਈ। ਸੋ ਉੱਧਰ ਉਹ ਕੌਮਨਤਾਂਗ ਦਾ ਕੰਮ ਚੱਲ ਪਿਆ, ਅਤੇ ਉਹਦਾ ਸੁਪਨਾ ਇਹ ਸੀ ਸਨ ਜੈਤਸਨ ਦਾ ਵੀ ਇਹਨੂੰ ਸਾਰੇ ਚੀਨ ਨੂੰ ਵਾਰਲੌਰਡ ਖਤਮ ਕਰਕੇ ਇਹਨੂੰ ਇੱਕ ਕੌਮੀ ਤੌਰ 'ਤੇ ਇੱਕ ਮੁੱਠ ਯੂਨੀਫਾਈਡ ਇੱਕ ਕੌਮ ਬਣਾਉਣਾ ਹੈ। ਅਤੇ ਉਹ ਸੁਪਨਾ ਲੈ ਕੇ ਉਹ ਕੰਮ ਕਰ ਰਿਹਾ ਸੀ, ਪਰ ਉਹਦੀ 25 ਦੇ ਵਿੱਚ ਡੈਥ ਹੋ ਗਈ ਅਚਾਨਕ, ਅਤੇ ਬੜੇ ਰਹੱਸਮਈ ਹਾਲਤਾਂ 'ਚ ਹੋਈ। ਚਲੋ ਇੱਕ ਵੱਖਰਾ ਵਿਸ਼ਾ ਹੈ। ਹੁਣ ਜਦੋਂ ਉਹ ਬੰਦਾ ਸੀਗਾ ਕਮਿਊਨਿਸਟਾਂ ਪ੍ਰਤੀ ਹਮਦਰਦੀ ਰੱਖਣ ਵਾਲਾ, ਸੋ ਕਮਿਊਨਿਸਟਾਂ ਪ੍ਰਤੀ ਵੀ ਬਾਕੀ ਦੁਨੀਆ ਦੇ ਸਾਰੇ ਇਨਕਲਾਬੀਆਂ ਪ੍ਰਤੀ ਉਹਦੀ ਇੱਕ ਵੱਖਰੀ ਕਿਸਮ ਦੀ ਦ੍ਰਿਸ਼ਟੀ ਜੀ ਸੀਗੀ। ਅਤੇ ਜਦੋਂ ਉਹ ਮਰ ਗਿਆ ਤਾਂ ਪਿੱਛੇ ਜਿਵੇਂ ਫਿਰ ਵਾਰਸਾਂ ਦਾ ਰੌਲਾ ਪੈਂਦਾ ਹੁੰਦਾ ਵੀ ਹੁਣ ਬਾਗਡੋਰ ਕਿਹਦੇ ਹੱਥ 'ਚ ਆ ਗਈ ਹੈ ਨਾ, ਅਤੇ ਉਹ ਉੱਥੇ ਚੱਲਿਆ, ਅਤੇ ਅਖੀਰ ਨੂੰ ਜਿਹੜੀ ਬਾਗਡੋਰ ਹੈ ਪਾਰਟੀ ਦੀ, ਉਹ ਆ ਗਈ ਚਾਂਗ ਕਾਈ ਸ਼ੇਕ ਦੇ ਹੱਥ 'ਚ। ਅਤੇ ਚਾਂਗ ਕਾਈ ਸ਼ੇਕ ਜਿਹੜਾ ਹੁੰਦਾ, ਤੁਸੀਂ ਇਹ ਸਮਝ ਲਓ ਜੋ ਮੋਦੀ ਦੀ ਮਾਨਸਿਕਤਾ ਹੈ ਜਾਂ ਜੋ ਇੰਦਰਾ ਗਾਂਧੀ ਦੀ, ਵੀ ਜਿਹੜਾ ਮਤਲਬ ਕਿਸੇ ਵੀ ਵਿਰੋਧੀ ਨੂੰ ਕੋਈ ਜਗ੍ਹਾ ਨਹੀਂ ਦੇ ਸਕਦਾ, ਉਹ ਬਹੁਤ ਹੀ ਐਂਟੀ ਕਮਿਊਨਿਸਟ ਸੀ। ਸੋ ਉਹਦੇ ਜਦੋਂ ਹੱਥ 'ਚ ਤਾਕਤ ਆ ਗਈ, ਸੋ ਪਹਿਲਾਂ ਕੌਮਨਤਾਂਗ ਅਤੇ ਕਮਿਊਨਿਸਟ ਰਲ ਕੇ ਚੱਲ ਰਹੇ ਸੀ। ਮਤਲਬ ਕਮਿਊਨਿਸਟ ਜਿਵੇਂ ਆਪਣੇ ਇੱਥੇ ਪਹਿਲਾਂ ਸਿੱਖ ਕਾਂਗਰਸ 'ਚ ਵੀ ਕੰਮ ਕਰਦੇ ਸੀ ਅਤੇ ਅਕਾਲੀ ਦਲ 'ਚ ਵੀ, ਉਹ ਕੋਈ ਫਰਕ ਨਹੀਂ ਸੀ। ਸੇਮ ਜੀ ਗੱਲ ਉੱਥੇ ਸੀ ਕਿ ਕਮਿਊਨਿਸਟ ਪਾਰਟੀ ਵੀ ਸੀ, ਪਰ ਉਹ ਨਾਲ ਕੌਮਨਤਾਂਗ ਦੇ ਵਿੱਚ ਵੀ ਕੰਮ ਕਰੀ ਜਾਂਦੇ ਸੀ, ਅਤੇ ਕੌਮਨਤਾਂਗ ਵੀ ਉਹਨਾਂ ਨਾਲ ਕੋਆਪਰੇਟ ਕਰ ਰਹੀ ਸੀ। ਜਦੋਂ ਫਿਰ ਚਾਂਗ ਕਾਈ ਸ਼ੇਕ ਦੇ ਹੱਥ 'ਚ ਤਾਕਤ ਆ ਗਈ 1947 'ਚ, ਇਹਨੇ ਯੂਨੀਫਾਈਡ ਇੱਕ ਸਟੇਟ ਸਥਾਪਿਤ ਕਰ ਲਈ, ਰਾਜ ਆਪਦਾ, ਅਤੇ ਉਹਦੇ ਕੋਲ ਮਿਲਟਰੀ ਸੀ ਬਹੁਤ ਤਕੜੀ, ਕਿਉਂਕਿ ਚੀਨ ਦੀ ਪਾਪੂਲੇਸ਼ਨ ਆਪਾਂ ਨੂੰ ਪਹਿਲਾਂ ਹੀ ਪਤਾ ਹੈ। ਅਤੇ ਉਹਨੇ ਸਾਰੇ ਪਹਿਲਾਂ ਤਾਂ ਜਿਹੜੇ ਵਾਰਲੌਰਡ ਸੀ ਡਾਕੂ, ਉਹਨਾਂ ਨੂੰ ਭੰਨਤਾ, ਅਤੇ ਉਹ ਸਾਰੇ ਬੰਦੇ ਆਪਦੇ ਭਰਤੀ, ਉਹ ਫਿਰ ਫੌਜ 'ਚ ਭਰਤੀ ਹੋ ਗਏ।
ਉਹ ਸੀ ਤਾਂ ਮਾਰਾਂ ਧਾੜਾਂ ਵਾਲੇ ਤੇ ਜਾਬਰ ਕਿਸਮ ਦੇ ਬੰਦੇ ਹੈ ਨਾ, ਖੂੰਖਾਰ, ਤੇ ਪਰ ਉਹ ਫੌਜ 'ਚ ਫਿਰ ਵੱਡੀ ਗਿਣਤੀ 'ਚੋਂ ਭਰਤੀ ਹੋ ਗਏ। ਸੋ ਇੱਕ ਬੜੀ ਪਾਵਰਫੁਲ ਫੌਜ ਚਿਆਂਗ ਕਾਈ ਸ਼ੇਕ ਦੀ ਤੇ ਇੱਕ ਪਾਵਰਫੁਲ ਯੂਨੀਫਾਈਡ ਗਵਰਨਮੈਂਟ ਉਹ ਬਣ ਗਈ, ਤੇ ਉਹਨੇ ਫਿਰ ਚਲਾ ਲਈ ਕਮਿਊਨਿਸਟਾਂ ਦੇ ਖਿਲਾਫ ਮੁਹਿੰਮ। ਤੇ ਫਿਰ ਸ਼ਹਿਰ 'ਚ ਤਾਂ ਕਮਿਊਨਿਸਟ ਰਹਿ ਹੀ ਨਹੀਂ ਸਕਦੇ ਸੀਗੇ, ਹੈ ਨਾ, ਸ਼ਹਿਰ ਦੇ ਵਿੱਚ ਤਾਂ ਕਿਵੇਂ ਸਰਵਾਈਵ ਕਰਨਗੇ ਇਹ ਜਿਹਦੇ, ਐਡੀ ਤਾਕਤ ਵੀ ਨਹੀਂ ਸੀ। ਫਿਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਜ਼ਿਆਦਾ ਜਾਣਾ ਪਿਆ। ਸੋ ਪਿੰਡਾਂ ਦੇ ਵਿੱਚ ਜਾਣ ਦਾ ਇਹ ਹੋਇਆ ਕਿ ਹੌਲੀ ਹੌਲੀ ਪਿੰਡਾਂ ਦੇ ਵਿੱਚ ਸਟਰਗਲ ਜਿਹੜੀ ਹੈ ਨਾ ਕਿਸਾਨੀ ਦੀ, ਉਹ ਉੱਠਣੀ ਸ਼ੁਰੂ ਹੋ ਗਈ। ਸੋ ਇਹ ਮੈਂ ਤੁਹਾਨੂੰ ਬਰੀਫ ਦੇ ਵਿੱਚ ਹੀ ਦੱਸਦਾ ਕਿ 1927 ਚ ਹੁਨਾਨ ਦੇ ਵਿੱਚ ਇੱਕ ਬਹੁਤ ਵੱਡਾ ਵਿਦਰੋਹ ਉੱਠਿਆ ਕਿਸਾਨੀ ਦਾ, ਬਗਾਵਤ ਉੱਠੀ। ਜੇ ਚਿਰਾਂ ਦਾ ਜਮਾ ਹੋਇਆ ਗੁੱਸਾ ਤੇ ਹੋਰ ਸੀ ਨਾ, ਉਹ ਉੱਠਿਆ ਤੇ ਉਹਨਾਂ ਨੇ ਜ਼ਗੀਰਦਾਰਾਂ ਨੂੰ ਮਤਲਬ ਕਤਲ ਕਰਨਾ, ਜ਼ਮੀਨਾਂ ਤੇ ਕਬਜ਼ੇ ਕਰਨੇ, ਅੱਗਾਂ ਲਾਉਣੀਆਂ, ਉਹ ਜੋ ਸਾਰਾ ਕੁਝ ਜਦੋਂ ਲਾਵਾ ਫੁੱਟਦਾ ਹੁੰਦਾ ਉਹ ਚੱਲਿਆ। ਉੱਥੇ ਫਿਰ ਇੱਕ ਨਾਂ ਉੱਭਰ ਕੇ ਆਇਆ ਮੌਜੇ ਤੁੰਗ। ਪਹਿਲਾਂ ਮੌਜੇ ਤੁੰਗ ਕਿਤੇ ਵੀ ਕਮਿਊਨਿਸਟ ਪਾਰਟੀ 'ਚ ਕੋਈ ਪ੍ਰੋਮੀਨੈਂਟ ਬੰਦਾ ਨਹੀਂ ਸੀ, ਤੇ ਸੱਚੀ ਗੱਲ ਤਾਂ ਇਹ ਹੈ ਕਿ ਇਹਨੂੰ ਉਹ ਕਮਿਊਨਿਸਟ ਮੰਨਦੇ ਹੀ ਨਹੀਂ ਸੀ ਯੂਰਪੀ ਸਟੈਂਡਰਡ ਮੁਤਾਬਕ, ਵੀ ਇਹ ਉਹਨਾਂ ਪੜ੍ਹਿਆ ਲਿਖਿਆ ਨਹੀਂ ਸੀ, ਯੂਨੀਵਰਸਿਟੀਆਂ 'ਚ ਅਨਪੜ੍ਹ ਸੀ। ਅਨਪੜ੍ਹ ਤਾਂ ਨਹੀਂ ਸੀ ਤਾਂ ਗ੍ਰੈਜੂਏਟ, ਪਰ ਉਹਨਾਂ ਮੁਤਾਬਕ ਅਨਪੜ੍ਹ ਸੀ। ਤੇ ਉਹ ਤਾਂ ਇਹ ਕਹਿੰਦੇ ਸੀ ਜਾਹਲ ਹੈ ਇਹ ਬੰਦਾ, ਜ਼ਾਲਮ ਹੈ ਤੇ ਧੱਕੜ ਹੈ, ਤੇ ਇਹਨੂੰ ਕੋਈ ਐਟੀਕੇਟਸ ਨਹੀਂ ਆਉਂਦੇ, ਤੇ ਇਹ ਤਾਂ ਬੁੱਝੜ ਕਿਸਮ ਦਾ ਬੰਦਾ ਹੈ। ਉਹਦੇ ਬਾਰੇ ਧਾਰਨਾ ਇਹ ਸੀ। ਪਰ ਉਹ ਉੱਥੇ ਨਾ ਹੁਨਾਨ ਇੱਕ ਹੈਗਾ ਪ੍ਰੋਵਿੰਸ, ਉਹਦੇ 'ਚ ਉਹ ਬੜਾ ਪਾਵਰਫੁਲ ਲੀਡਰ ਬਣ ਕੇ ਉੱਭਰਿਆ ਆ। ਸੋ ਉਹ ਜਦੋਂ ਉਹ ਸਟਰਗਲ ਕਿਸਾਨੀ ਦੀ ਚੱਲੀ ਤਾਂ ਮੌਜੇ ਤੁੰਗ ਨੇ ਇਹ ਨਵੀਂ ਗੱਲ ਲਿਆਇਆ, ਕਹਿੰਦਾ ਵੀ ਜਿਹੜਾ ਸਾਡਾ ਇਨਕਲਾਬ ਹੈ ਉਹ ਰੂਸ ਦੇ ਇਨਕਲਾਬ ਦੀ ਨਕਲ ਨਹੀਂ ਹੋ, ਰੂਸੀ ਮਾਡਲ ਸਾਡੇ ਲਾਗੂ ਨਹੀਂ ਹੋ, ਸਾਡਾ ਮਾਡਲ ਆਪਦਾ ਹੋ, ਕਿਉਂਕਿ ਸਾਡਾ ਤੇ ਰੂਸ ਦੀਆਂ ਕੰਡੀਸ਼ਨਸ ਦਾ ਫਰਕ ਬਣਾ। ਉੱਥੇ ਮਜ਼ਦੂਰ ਜਮਾਤ ਮੁੱਖ ਫੋਰਸ ਸੀਗੀ ਇਨਕਲਾਬ ਦੀ, ਇੱਥੇ ਸਾਡੇ ਕਿਸਾਨੀ ਬਣੂ। ਸੋ ਇਹ ਐਕਚੁਅਲੀ ਤਾਂ ਅਗਰੇਰੀਅਨ ਰੈਵੋਲੂਸ਼ਨ ਜਿਹਨੂੰ ਕਹਿੰਦੇ ਨੇ ਨਾ, ਇਹ ਜਰਈ ਇਨਕਲਾਬ ਹੋਊ, ਤੇ ਜਿਹਦੇ 'ਚ ਜਿਹੜਾ ਮੁੱਖ ਸਲੋਗਨ ਹੈ ਉਹ ਹੋ ਲੈਂਡ ਟੂ ਦੀ ਟਿਲਰ, ਵੀ ਜਿਹੜੇ ਜ਼ਗੀਰਦਾਰੀ ਦੇ ਦਬਾਏ ਸਤਾਏ ਕਿਸਾਨ ਹੈ ਉਹਨਾਂ ਨੂੰ ਇਹ ਨਾਅਰਾ ਦਿਓ ਜੋ ਆਪਣੇ ਇੱਥੇ ਬੰਦਾ ਸਿੰਘ ਬਹਾਦਰ ਵੇਲੇ ਹੋਇਆ ਹੈ ਨਾ, ਉਹ ਫਿਰ ਉਹਨਾਂ ਦੀ એનર્ਜੀ ਫੁੱਟੂਗੀ ਤੇ ਫਿਰ ਇਹ ਇਨਕਲਾਬ ਨੂੰ ਇੱਕ ਸ਼ਕਤੀ ਮਿਲੂ। ਉਹ ਫਿਰ ਉਵੇਂ ਹੀ ਹੋਇਆ, ਉਹ ਬੜੀ ਪਾਵਰਫੁਲ ਲਹਿਰ ਉੱਠ ਖੜੀ ਹੋਈ। ਪਰ ਜਿਹੜਾ ਰੂਸ ਸੀ, ਜਿਹੜੀ ਰੂਸ ਦੀ ਕਮਿਊਨਿਸਟ ਪਾਰਟੀ ਸੀ, ਜਿਹੜੀ ਤੀਜੀ ਇੰਟਰਨੈਸ਼ਨਲ ਸੀ, ਉਹਦਾ ਸਟਾਈਲ ਇਹ ਹੁੰਦਾ ਸੀ ਵੀ ਹਰ ਜਗ੍ਹਾ ਤੇ ਉਹ ਆਪਦੇ ਨੁਮਾਇੰਦੇ ਭੇਜਦੇ ਸੀ, ਜਿਵੇਂ ਹਾਈ ਕਮਾਂਡਾਂ ਨਹੀਂ ਹੁੰਦੀਆਂ, ਵੀ ਹਾਈ ਕਮਾਂਡ ਨੇ ਪੰਜਾਬ 'ਚ 2 ਬੰਦੇ ਲਾ ਦੇ ਜੀ ਓਬਜ਼ਰਵਰ, ਇਹ ਸਭ ਕੁਝ ਕਰਨਗੇ। ਤੇ ਆ ਕੇਜਰੀਵਾਲ ਵੀ ਇਹੀ ਕਰਦਾ ਸਾਰੇ, ਹੈ ਨਾ, ਇਹ ਸੈਂਟਰਲਾਈਜ਼ਡ ਸਟਰਕਚਰ ਦਾ ਹੁੰਦਾ ਹੀ ਇਹ ਹੈ। ਸੋ ਉਹ ਬੰਦੇ ਭੇਜਦੇ ਸੀ। ਜਦੋਂ ਉਹਨਾਂ ਨੇ ਦੇਖਿਆ ਵੀ ਚੀਨ ਦੇ ਵਿੱਚ ਆਹ ਹਾਲਤ ਬਣੀ ਹੋਈ ਹੈ ਤੇ ਉਹ ਬੰਦਾ ਤਾਂ ਮੌਜੇ ਤੁੰਗ ਸਾਡੀ ਮੰਨ ਹੀ ਨਹੀਂ ਰਿਹਾ, ਉਹਨਾਂ ਨੇ ਉੱਥੋਂ 2 ਬੰਦੇ ਭੇਜਤੇ, ਤੇ ਜਿਨ੍ਹਾਂ 'ਚੋਂ ਇੱਕ ਬੋਰੋਦੀਨ ਸੀ, ਉਹ ਰੂਸੀ ਸੀਗਾ, ਦੂਜਾ MN ਰॉय ਸੀਗਾ, ਬੜਾ ਯੰਗ ਤੇ ਬਹੁਤ ਬ੍ਰਿਲੀਅੰਟ, ਉਹ ਸੀ ਇੰਡੀਅਨ, ਬਾਹਮਣ ਸੀ। ਮੁੜ ਕੇ ਉਹ ਬੜਾ ਹੋਰ ਤਰ੍ਹਾਂ ਦਾ ਬਣਿਆ, ਐਂਟੀ ਸਿੱਖ ਵੀ ਬਣਿਆ, ਬਿਹਾਰ ਦਾ ਸੀਗਾ। ਤੇ ਚਲੋ ਉਹ ਤਾਂ ਵੱਖਰੀ ਗੱਲ, ਉਹ ਭੇਜਤੇ ਉੱਥੇ ਵੀ ਉਹਨਾਂ ਨੂੰ ਕਹੋ ਵੀ ਇਹ ਬੰਦ ਕਰੋ ਕਿਸਾਨੀ ਵਾਲਾ ਕੰਮ, ਇਹ ਸਾਡਾ ਰਾਹ ਨਹੀਂ, ਮਜ਼ਦੂਰ ਜਮਾਤ ਹੀ ਇਨਕਲਾਬ ਕਰ ਸਕਦੀ ਹੈ। ਸੋ ਇਸ ਕਰਕੇ ਵੀ ਮੌਜੇ ਤੁੰਗ ਨੂੰ ਥੋੜ੍ਹੀ ਨਕੇਲ ਪਾਓ ਜੀ। ਤੇ ਉਹ ਫਿਰ MN ਰॉय ਨੇ ਆਪਦੇ ਨਾ ਯਾਦਾਂ ਲਿਖੀਆਂ, ਮੈਂ ਉਹ ਪੜ੍ਹੀਆਂ ਸੀਗੀਆਂ MN ਰॉय ਦੀਆਂ। ਤੇ ਉਹ ਇਹ ਸੀ ਵੀ ਕਹਿੰਦਾ ਜਦੋਂ ਅਸੀਂ ਮੀਟਿੰਗ ਕਰਾਉਣ ਗਏ ਨਾ, ਉਹਦੇ ਬਾਰੇ ਨਕਸ਼ਾ ਇਹ ਬਣਾਇਆ ਸੀ ਵੀ ਜਦੋਂ ਆਊਗਾ ਨਾ, ਬਸ ਜਿਵੇਂ ਧੀ ਦੀ ਭੈਣ ਦੀ ਕਰਦਾ ਹੀ ਆਊ, ਬਣਾਇਆ ਹੁੰਦਾ ਨਾ ਪੇਂਡੂ ਬੰਦੇ ਦਾ। ਤੇ ਸਾਡੇ ਮਨ ਤੇ ਇੱਕ ਦਹਿਸ਼ਤ ਸੀ। ਤੇ ਕਹਿੰਦਾ ਹੋਇਆ ਵੀ ਉਹ ਸਭ ਤੋਂ ਲੇਟ ਆਇਆ ਰਾਤ ਜੇ ਨੂੰ, ਤੇ ਆਉਂਦਾ ਹੀ ਉਹਨੇ ਕੰਮ ਦੀ ਹਾਂ ਵੀ ਗੱਲ ਸ਼ੁਰੂ ਕਰੋ। ਤੇ ਚਲੋ ਉਹਨੇ ਫਿਰ ਉਹਨਾਂ ਨੂੰ ਜਦੋਂ ਇਹਨਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦਾ ਵੀ ਦੇਖੋ ਤੁਹਾਨੂੰ ਸਾਡੀਆਂ ਵੀ ਚਾਈਨੀਜ਼ ਨੋ ਆਵਰ ਕੰਡੀਸ਼ਨਸ ਬੈਟਰ ਦੈਨ ਯੂ, ਜੀ ਸਾਡੀਆਂ ਹਾਲਤਾਂ ਦਾ ਸਾਨੂੰ ਪਤਾ, ਤੁਹਾਨੂੰ ਨਹੀਂ। ਫਿਰ ਮੌਜੇ ਤੁੰਗ ਨੇ ਲਿਖਿਆ ਦੋਹਾਂ ਬੰਦਿਆਂ ਬਾਰੇ ਵੀ ਜਿਹੜਾ ਬੋਰੋਦੀਨ ਹੈ ਉਹ ਮਹਾਮੂਰਖ ਹੈ, ਤੇ ਜਿਹੜਾ ਹੈਗਾ MN ਰॉय ਇਹ ਖੋਤਾ ਹੈ, ਇਹਨਾਂ ਨੂੰ ਕੱਖ ਨਹੀਂ ਪਤਾ। ਮਤਲਬ ਉਹਨੇ ਕੀ ਕੀਤਾ ਵੀ ਉਹਨੇ ਡਿਫਾਈ ਕਰਨਾ ਸ਼ੁਰੂ ਕਰਤਾ ਹੁਕਮ ਅਦੂਲੀ, ਵੀ ਨਹੀਂ ਅਸੀਂ ਆਪਦਾ ਰਾਹ ਆਪ ਤਿਆਰ ਕਰਾਂਗੇ। ਇਹ ਪਹਿਲਾ ਘਟਨਾ ਵਾਪਰੀ ਕਮਿਊਨਿਸਟ ਲਹਿਰ ਦੇ ਵਿੱਚ, ਜਦੋਂ ਕਿਸੇ ਪਾਰਟੀ ਨੇ, ਕਿਸੇ ਲੀਡਰ ਨੇ ਇਸ ਤਰ੍ਹਾਂ ਉਹਨਾਂ ਨੂੰ ਅਥਾਰਟੀ ਨੂੰ ਚੈਲੰਜ ਕਰਤਾ। ਹੁਣ ਇਹ ਕੀ ਸੀਗਾ ਕਿ ਕੌਮਨ ਤਾਂਗ ਨਾਲ ਰੂਸ ਦੀ ਨੇੜਤਾ ਸੀ। ਅਗਲੀ ਗੱਲ ਮੇਰ ਸਿੰਘ ਜਿਹੜੀ ਵਾਪਰੀ, ਜਿਹੜੀ ਬਹੁਤ ਇੰਪੋਰਟੈਂਟ ਹੈ, ਉਹ ਇਹ ਹੈ ਕਿ ਜਦੋਂ ਇੱਕ ਦੇਸ਼ 'ਚ ਇਨਕਲਾਬ ਆ ਗਿਆ
ਫਿਰ ਜਿਹੜੀ ਉਹਦੀ ਫੋਰਨ ਪਾਲਿਸੀ ਦੀਆਂ ਲੋੜਾਂ ਹੈ ਉਹ ਸਾਰੀ ਦੁਨੀਆ ਦੇ ਕਮਿਊਨਿਸਟ ਮੈਂਬਰਾਂ ਦੀ ਕਮਿਊਨਿਸਟਾਂ ਦੀ ਉਹ ਇੱਕ ਸਾਂਝੀ ਸੋਚ ਬਣ ਜਾਂਦੀ ਹੈ। ਕਾਮਨ ਤਾਂਗ ਨਾਲ ਉਹਦੀ ਦੋਸਤੀ ਉਹਦੀ ਲੋੜ ਬਣ ਗਈ ਜੀ ਵੀ ਰੂਸ ਨੂੰ ਅਮਰੀਕਾ ਨੂੰ ਇੱਥੋਂ ਰੋਕਣ ਵਾਸਤੇ, ਬਰਤਾਨੀਆ ਨੂੰ ਰੋਕਣ ਵਾਸਤੇ ਇਹ ਸਰਕਾਰ ਨੂੰ ਨਾਲ ਸਾਡੀ ਦੋਸਤੀ ਹੋਵੇ। ਉਹਦੇ ਵਾਸਤੇ ਫਿਰ ਆਪਦੇ ਕਮਿਊਨਿਸਟਾਂ ਨੂੰ ਕਿਹਾ ਵੀ ਇਹਦੇ ਖਿਲਾਫ ਲੜਨਾ ਬੰਦ ਕਰੋ, ਪੋਲੀ ਜਿਹੀ ਲੜਾਈ ਲੜੀ ਚੱਲੋ, ਇਹਦੇ ਵਾਸਤੇ ਕੋਈ ਵੱਡੀ ਬਿਪਤਾ ਨਾ ਖੜੀ ਕਰੋ। ਹਿੰਦੁਸਤਾਨ 'ਚ ਵੀ ਐਂ ਹੋਇਆ, ਸਾਰੀ ਦੁਨੀਆ 'ਚ ਇਸ ਤਰ੍ਹਾਂ ਹੋਇਆ ਵੀ ਕਿਸੇ ਦੇਸ਼ 'ਚ ਕਮਿਊਨਿਸਟਾਂ ਨੇ ਕਿੱਡੀ ਕੁ ਲੜਾਈ ਕਿੰਨੀ ਕੁ ਤਿੱਖੀ ਕਰਨੀ ਹੈ, ਇਹ ਉੱਥੋਂ ਹਦਾਇਤਾਂ ਹੁੰਦੀਆਂ ਸੀ ਉਹਨਾਂ ਦੀ ਫੋਰਨ ਪਾਲਿਸੀ ਦੀਆਂ, ਵਿਦੇਸ਼ ਨੀਤੀ ਦੀਆਂ ਲੋੜਾਂ ਮੁਤਾਬਕ। ਸੋ ਇੰਨੀ ਗੁਲਾਮ ਮਾਨਸਿਕਤਾ ਬੰਦਿਆਂ ਦੀ ਬਣ ਗਈ ਸੀ। ਪਰ ਉਹ ਮੌਜੇ ਤੁੰਗ ਨੇ ਮਤਲਬ ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਇਸ ਤਰ੍ਹਾਂ। ਫਿਰ ਮੌਜੇ ਤੁੰਗ ਨੇ ਬਾਅਦ 'ਚ ਕਿਹਾ, ਕਹਿੰਦਾ ਜੇ ਅਸੀਂ ਰੂਸ ਵਾਲਿਆਂ ਦੀ ਮੰਨੀ ਹੁੰਦੀ ਨਾ ਸਾਡੇ ਤਾਂ ਇਨਕਲਾਬ ਹੋਣਾ ਹੀ ਨਹੀਂ ਸੀ। ਸੋ ਉਹ ਲੜਾਈ ਜਾਰੀ ਰੱਖੀ ਤੇ ਚਲੋ ਉਹਨਾਂ ਨੇ ਕਿਸਾਨੀ ਦੇ ਵਿੱਚ ਕੁਛ ਆਧਾਰ ਬਣਾ ਲਿਆ। ਹੁਣ ਜਿਹੜੀ ਕਾਮਨ ਤਾਂਗ ਦੀ ਸਰਕਾਰ ਸੀਗੀ ਉਹ ਬੜੀ ਤਕੜੀ ਸੀ, ਉਹਦੀ ਆਰਮੀ ਬਹੁਤ ਵੱਡੀ ਸੀ ਤੇ ਦੂਜਾ ਲੀਡਰ ਬੜਾ ਉਹਨਾਂ ਨੂੰ ਮਿਲ ਗਿਆ, ਇੱਕ ਜਿਹੜੇ ਹੁੰਦੇ ਨਾ ਖੂੰਖਾਰ ਧੱਕੜ ਤੇ ਤਾਨਾਸ਼ਾਹ। ਤੇ ਉਹ ਉਸਨੇ ਕੀ ਕੀਤਾ ਵੀ ਉਸਨੇ ਉਹਨਾਂ ਦੇ ਕਮਿਊਨਿਸਟਾਂ ਦੇ ਖਿਲਾਫ ਵੱਡੀ ਮੁਹਿੰਮ ਵਿੱਢ ਲਈ ਤੇ ਉਹਨੂੰ ਕਹਿੰਦੇ ਹੁੰਦੇ ਸੀ ਅਨਸਰਕਲਮੈਂਟ ਐਂਡ ਐਨਹੀਲੇਸ਼ਨ ਕੰਪੇਨ। ਉਹ ਘੇਰਾ ਪਾ ਲੈਂਦਾ ਸੀ ਵੱਡੇ ਇਲਾਕੇ 'ਚ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਸੀ, ਚਾਰੇ ਪਾਸਿਓਂ ਨਾਕੇ ਲਾ ਦੇਣੇ ਤੇ ਫਿਰ ਸਾਰਾ ਕਤਲੇਆਮ ਸ਼ੁਰੂ ਕਰ ਦੇਣਾ, ਸਾੜਨੇ ਪਿੰਡਾਂ ਦੇ ਪਿੰਡ, ਹੈ ਨਾ ਵੀ ਇਹਨਾਂ ਨੂੰ ਇਸ ਤਰ੍ਹਾਂ ਹਾਂ ਜਬਰ। ਉਹਨੇ ਚਲਾ ਕੇ ਇਹਨਾਂ ਦਾ ਬਹੁਤ ਨੁਕਸਾਨ ਕਰਤਾ। ਇਹ ਨੌਬਤ ਆ ਗਈ ਵੀ ਅਖੀਰ ਨੂੰ ਇਹ ਵੀ ਸ਼ਾਇਦ ਟੋਟਲੀ ਇਹਨਾਂ ਦਾ ਬੀਜ ਨਾਸ ਹੀ ਹੋ ਜੇ। ਐਡੀਆਂ ਮੁਹਿੰਮਾਂ ਉਹਨੇ ਚਲਾਈਆਂ। ਉਸ ਮੌਕੇ ਫਿਰ ਮੌਜੇ ਤੁੰਗ ਨੇ ਇੱਕ ਸੁਝਾਅ ਦਿੱਤਾ ਆਪਦੇ ਕਮਿਊਨਿਸਟ ਪਾਰਟੀ ਨੂੰ, ਆਪਦੀ ਪਾਰਟੀ ਨੂੰ, ਵੀ ਹੁਣ ਜਿੱਥੇ ਆਪਾਂ ਹੁਣ ਬੈਠੇ ਆ ਨਾ, ਜਿਹੜੇ ਇਲਾਕੇ 'ਚ ਆਪਾਂ ਲੜ ਰਹੇ ਹਾਂ, ਇੱਥੇ ਅਸੀਂ ਬਚ ਨਹੀਂ ਸਕਦੇ, ਇਹਦੀ ਮਾਰ ਦੇ ਹੇਠ ਹਾਂ। ਇੱਥੋਂ ਆਪਾਂ ਪਿੱਛੇ ਨੂੰ ਮੁੜੀਏ, ਪਿੱਛੇ ਹਟਦੇ ਜਾਈਏ। ਚੀਨ ਦਾ ਇਲਾਕਾ ਬੜਾ ਵੱਡਾ ਸੀ, ਹੈ ਨਾ, ਤੇ ਉਹਦਾ ਇਹ ਸੀ ਵੀ ਦੱਖਣ ਤੋਂ ਆਪਾਂ ਨਾ ਪੱਛਮ ਤੇ ਉੱਤਰ ਵੱਲ ਨੂੰ ਜਾਈਏ ਤੇ ਹਜ਼ਾਰਾਂ ਮੀਲ ਪਿੱਛੋਂ ਨਿਕਲ ਜਾਈਏ, ਜਿਵੇਂ ਵੀ ਇਹ ਘੇਰੇ 'ਚੋਂ ਨਿਕਲੋ ਇਹਨਾਂ ਤੋਂ। ਤੇ ਉਦੋਂ ਉਹਨਾਂ ਦੇ ਚੀਨ ਕੋਲੇ 1 ਲੱਖ ਦੀ ਫੌਜ ਹੋ ਚੁੱਕੀ ਸੀ ਪਾਰਟੀ ਕੋਲੇ, ਕਿਉਂਕਿ ਉਹ 1 ਲੱਖ ਦੀ ਕਿਵੇਂ ਬਣੀ, ਕੁਛ ਤਾਂ ਵਾਰਲਾਰਡ ਜਿਹੜੇ ਹਾਰ ਜਾਂਦੇ ਸੀ ਉਹ ਬੰਦੇ ਨਾਲ ਸ਼ਾਮਲ ਹੋ ਜਾਂਦੇ ਸੀ। ਦੂਜਾ ਕਾਮਨ ਤਾਂਗ ਦੀ ਫੌਜ 'ਚੋਂ ਬਹੁਤ ਵੱਡੀ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਭਗੌੜੇ ਹੋ ਬੰਦੇ ਉਹ ਕਮਿਊਨਿਸਟਾਂ ਨਾਲ ਰਲਣੇ ਸ਼ੁਰੂ ਹੋ ਗਏ। ਅਗਵਾਈ ਕੌਣ ਕਰਦਾ ਸੀ ਕਮਿਊਨਿਸਟਾਂ ਦੀ? ਮੌਜੇ ਤੁੰਗ। ਮਤਲਬ ਉਦੋਂ ਬਾਅਦ ਤਾਂ ਫਿਰ ਮੌਜੇ ਤੁੰਗ ਇੱਕ ਲੀਡਰ ਦੇ ਤੌਰ ਤੇ, ਅਜੇ ਉਹਦੀ ਪੂਰੀ ਅਥਾਰਟੀ ਨਹੀਂ ਸੀ ਬਣੀ, ਪਰ ਇੱਕ ਪਾਵਰਫੁਲ ਲੀਡਰ, ਬਾਕੀ ਚੌਣ ਲਾਈ। ਇਹ ਦੋ ਜਿਹੜੇ ਬਾਅਦ ਦੇ ਵਿੱਚ ਵੀ ਮਸ਼ਹੂਰ ਹੋਏ ਨਾ, ਇਹ ਉਸ ਮੌਕੇ ਦੀ ਲੀਡਰ ਸੀਗੇ। ਦੋਹਾਂ ਦੀ ਆਪਸ ਵਿੱਚ ਹੀ ਬਹੁਤ ਗੱਲਾਂ ਤੇ ਮਤਭੇਦ ਵੀ ਸੀਗੇ, ਪਰ ਚੱਲਦੇ ਸੀਗੇ ਕਾਫੀ। ਹਾਂ, ਤੇ ਉਹਨਾਂ ਦੀ ਠੀਕ ਆ ਕਿ ਓਸ਼ਨ ਜੀ ਚੱਲੀ ਗਈ। ਤੇ ਉਹ ਫਿਰ ਮੌਜੇ ਤੁੰਗ ਨੇ ਉਦੋਂ ਫਿਰ ਉਹਨਾਂ ਨੂੰ ਸੁਝਾਅ ਦਿੱਤਾ। ਉਹਨਾਂ ਦੇ 4 ਮੁਹਿੰਮਾਂ 'ਚ ਉਹਨਾਂ ਦਾ ਬਹੁਤ ਸਫਾਇਆ ਹੋ ਗਿਆ ਸੀ ਤੇ 5ਵੀਂ ਮੁਹਿੰਮ ਅੰਤਮ ਹੋਣੀ ਸੀ ਵੀ ਇਹ ਤੋਂ ਬਾਅਦ ਕਮਿਊਨਿਸਟਾਂ ਦਾ ਬੀਜ ਨਾਸ਼। ਫਿਰ ਉਹ ਕਹਿੰਦਾ ਵੀ ਜੇ ਹੁਣ ਬਚਣਾ ਨਾ ਆਪਾਂ ਪਿੱਛੇ ਹਟ ਗਏ। ਉਹਨੂੰ ਫਿਰ ਕਹਿੰਦੇ ਨੇ ਲੌਂਗ ਮਾਰਚ, ਵੀ ਇੱਥੋਂ ਆਪਾਂ ਪਿੱਛੇ ਹਟਦੇ ਉਹ ਗਾਹਾਂ ਇੱਕ ਸੂਬਾ ਸੀਗਾ ਜਿਨਾਨ ਜਗ੍ਹਾ, ਵੀ ਆਪਾਂ ਉੱਥੇ ਪਹੁੰਚ ਗਏ। ਉੱਥੋਂ ਫਿਰ ਆਪਾਂ, ਉਹ ਪਹਾੜੀ ਇਲਾਕਾ ਹੈ, ਉੱਥੇ ਘੇਰਾ ਨਹੀਂ ਪੈ ਸਕਦਾ, ਇਹਦੀ ਉੱਥੇ ਏਡੀ ਰੀਚ ਨਹੀਂ, ਤੇ ਉੱਥੇ ਮਤਲਬ ਸਾਰਾ ਉਹ ਟੈਰਨ ਇਸ ਤਰ੍ਹਾਂ ਦਾ, ਖਿੱਤਾ ਇਸ ਤਰ੍ਹਾਂ ਦਾ। ਉੱਥੋਂ ਫਿਰ ਆਪਾਂ ਹੌਲੀ ਲੜਦੇ ਬਾਹਰ ਨੂੰ ਵਧਾਂਗੇ। ਮੁਕਾਬਲਾ ਕਿਹੋ ਜਿਹਾ? ਹਥਿਆਰਬੰਦ ਤਰੀਕੇ ਦੇ ਨਾਲ ਹੀ ਕਰਦੇ? ਹਥਿਆਰਬੰਦ ਹੀ। ਹੁਣ ਮਤਲਬ ਹੁਣ ਜਦੋਂ ਫੌਜ ਹੀ ਹੈ, ਇਹਦੀ ਫੌਜ ਕਈ ਲੱਖ ਸੀ ਤੇ ਕਮਿਊਨਿਸਟਾਂ ਦੀ ਫੌਜ ਵੀ 1 ਲੱਖ ਬਣ ਗਈ ਸੀ। ਸੋ ਉਦੋਂ ਫਿਰ ਮੌਜੇ ਤੁੰਗ ਨੇ ਕੀ ਕੀਤਾ, ਇੱਕ ਵੱਖਰਾ ਸਿਧਾਂਤ ਦਿੱਤਾ। ਇਹਨੂੰ ਕਹਿੰਦੇ ਨੇ ਪੀਪਲਸ ਵਾਰ, ਥਿਓਰੀ ਆਫ ਪੀਪਲਸ ਵਾਰ, ਲੋਕ ਯੁੱਧ ਦਾ ਸਿਧਾਂਤ। ਇਹ ਹੈ ਵੀ ਤੁਸੀਂ ਪੇਂਡੂ ਏਰੀਏ ਤੋਂ ਸ਼ੁਰੂ ਕਰੋ। ਪਹਿਲਾਂ ਉਹ ਜਗ੍ਹਾ ਦੇਖੋ ਜਿੱਥੇ ਤੁਹਾਡਾ ਬਹੁਤ ਪ੍ਰਭਾਵ ਹੈ ਤੇ ਦੁਸ਼ਮਣ ਕਮਜ਼ੋਰ ਹੈ, ਉੱਥੇ ਆਪਦਾ ਬੇਸ ਬਣਾ ਲਓ, ਆਪਦਾ ਆਧਾਰ ਬਣਾ ਲਓ। ਫਿਰ ਉੱਥੋਂ ਜਿਵੇਂ ਸਮੁੰਦਰ ਦੀਆਂ ਲਹਿਰਾਂ ਬਾਹਰ ਨੂੰ ਵੱਧਦੀਆਂ, ਵੀ ਲਹਿਰਾਂ ਦੇ ਰੂਪ 'ਚ ਬਾਹਰ ਨੂੰ ਵਧੋ, ਬੇਸ ਏਰੀਏ ਤੋਂ ਬਾਹਰ ਨੂੰ। ਸੋ ਉਹਨੂੰ ਉਹ ਕਹਿੰਦਾ ਸੀਗਾ ਇੱਕ ਲਮਕਵਾਂ ਲੋਕ ਯੁੱਧ, ਪ੍ਰੋਟਰੈਕਟਡ ਵਾਰ, ਵੀ ਲੰਮਾ ਚੱਲੂ ਇਹ, ਪਤਾ ਨਹੀਂ ਕਿੰਨੇ ਦਹਾਕੇ, ਪਰ ਇਹ ਇੱਥੇ ਹਾਂ, ਪਰ ਇੱਥੇ ਚੀਨ ਦੇ ਵਿੱਚ ਇਸ ਤਰ੍ਹਾਂ ਇਨਕਲਾਬ ਆ ਸਕਦਾ, ਉਹ ਰੂਸ ਵਾਲਾ ਇਨਕਲਾਬ ਇੱਥੇ ਨਹੀਂ ਆਉਂਦਾ।
ਸੋ ਪਹਿਲਾਂ ਤਾਂ ਲੋਕਾਂ ਨੇ ਕਾਫੀ ਉਹਦੀ ਵਿਰੋਧਤਾ ਕੀਤੀ ਤੇ ਜਦੋਂ ਫਿਰ ਇਹ ਉਹਨੇ ਕਿਹਾ ਵੀ ਆਪਾਂ ਹੁਣ ਪਿੱਛੇ ਹਟ ਜਾਈਏ ਲੌਂਗ ਮਾਰਚ, ਉਹਦੇ ਤੇ ਬਹੁਤ ਵਿਰੋਧਤਾ ਹੋਈ, ਡਿਜ਼ਰਸ਼ਨ ਹੋਈ, ਫੁੱਟਾਂ ਪੈ ਗਈਆਂ, ਬੰਦੇ ਦੂਜੇ ਪਾਸੇ ਚਲੇ ਗਏ ਤੇ ਫਿਰ ਈਵਨ ਇਹਨੇ ਇੱਕ ਮੁਹਿੰਮ ਚਲਾਈ ਆਪਦੇ ਸਾਰੇ ਵਿਰੋਧੀਆਂ ਨੂੰ ਮਾਰਨ ਦੀ ਮੌਜੇ ਤੋਂ ਨੇ। ਕਿਉਂਕਿ ਇੱਥੇ ਜਿਹੜਾ ਨੁਕਤਾ ਸਮਝਣ ਵਾਲਾ ਨਾ, ਜਦੋਂ ਹਥਿਆਰਬੰਦ ਘੋਲ ਚੱਲਦਾ ਹੈ ਸੰਘਰਸ਼, ਉੱਥੇ ਸਟੇਕਸ ਬੜੇ ਹਾਈ ਹੁੰਦੇ, ਜ਼ਿੰਦਗੀ ਮੌਤ ਦਾ ਸਵਾਲ ਹੁੰਦਾ ਹੈ, ਠੀਕ ਹੈ ਨਾ। ਉੱਥੇ ਤੁਸੀਂ ਜਿਹੜੀ ਅੰਦਰਲੀ ਅਪੋਜੀਸ਼ਨ ਹੈ ਉਹ ਬਾਹਲੀ ਨਹੀਂ ਚੱਲ ਸਕਦੀ, ਕਿਉਂ ਤੁਸੀਂ ਤਾਂ ਉਲਝੇ ਰਹੋਗੇ। ਇੱਕ ਉੱਥੇ ਫਿਰ ਉਹ ਮਤਲਬ ਤੁਹਾਡੀ ਉਹ ਪੋਜੀਸ਼ਨ ਖਤਮ ਕਰਨੀ ਪੈਂਦੀ ਹੈ। ਤੇ ਕੁਛ ਚੀਜ਼ਾਂ ਇਹ ਹੋ ਗਈਆਂ ਵੀ ਉਹਨਾਂ ਨੇ ਆਪਦੇ ਏਜੰਟ ਵੀ ਬਾੜਨੇ ਸ਼ੁਰੂ ਕਰਤੇ, ਕਾਮਨ ਤਾਂਗ ਨੇ। ਉਹ ਬੰਦੇ ਫਿਰ ਇਹਨਾਂ ਨੇ ਫੜ ਕੇ ਕੁੱਟੇ, ਟੌਰਚਰ ਕੀਤਾ। ਚਲੋ ਕੁਛ ਤਾਂ ਗੱਲਾਂ ਇਹ ਵੀ ਆ ਰਹੀਆਂ ਵੀ ਇਹਨਾਂ ਨੇ ਝੂਠੇ ਉਹਨਾਂ ਤੋਂ ਇਕਬਾਲ ਕਰਵਾ ਲਏ। ਇਹ ਰੂਸ 'ਚ ਵੀ ਹੋਇਆ, ਇਹ ਚੀਨ 'ਚ ਵੀ ਹੋਇਆ, ਹਰ ਜਗ੍ਹਾ ਹੀ ਹੁੰਦਾ। ਬੰਦੇ ਨੂੰ ਕੁੱਟੋ ਤੇ ਉਹ ਐਵੇਂ ਹੀ ਕਹਿ ਦਿਓ ਮਤਲਬ ਵੀ ਉਹ ਮੰਨ ਗਿਆ ਸੀ, ਤੇ ਕਰ ਵੀ ਜਾਂਦਾ ਅਗਲਾ, ਮਤਲਬ ਉਹ ਉਸ ਤਰ੍ਹਾਂ ਦਾ। ਉਹ ਕਰਕੇ ਚਲੋ ਗੱਲ ਕੀ ਹੈ ਵੀ ਇਹਨੇ ਨਾ ਪਹਿਲਾਂ ਆਪਦਾ ਅੰਦਰੋਂ ਸਾਫ਼ ਕਰਤਾ ਵੀ ਨੋ ਅਪੋਜੀਸ਼ਨ। ਇਹ ਹਰ ਆਰਮਡ ਸਟਰਗਲ 'ਚ ਜਿਹੜੇ ਸਾਡੇ ਇੱਥੇ ਰੌਲੇ ਪੈ ਰਹੇ ਨੇ ਨਾ ਵੀ ਭਰਾ ਮਾਰੂ ਜੰਗ, ਭਰਾ ਮਾਰੂ ਜੰਗ, ਜੇ ਤਾਂ ਆਰਮਡ ਸਟਰਗਲ ਲੜਨੀ ਹੈ ਫਿਰ ਇਹਨਾਂ ਚੀਜ਼ਾਂ ਤੋਂ ਤੁਸੀਂ ਪੂਰਨ ਤੌਰ ਤੇ ਨਹੀਂ ਬਚ ਸਕਦੇ। ਇਹ ਤਾਂ ਹੋ ਸਕਦਾ ਵੀ ਅਨਾਰਕੀ ਨਾ, ਅਰਾਜਕਤਾ ਨਾ ਫੈਲੇ, ਕੋਈ ਨਾ ਕੋਈ ਸਿਸਟਮ ਤਾਂ ਹੋਵੇ, ਹੈ ਨਾ। ਤੇ ਉਹ ਪਰ ਸਿਸਟਮ ਤਾਂ ਫਿਰ ਬਣ ਜਾਂਦਾ ਹੈ। ਪਰ ਜੇ ਤੁਸੀਂ ਕਹੋ ਵੀ ਇਹ ਗੱਲਾਂ ਟੋਟਲੀ ਅਵੋਇਡ ਹੋ ਜਾਣ, ਵੀ ਅੰਦਰੋਂ ਬੰਦੇ ਵਿਰੋਧ ਵੀ ਕਰੀ ਜਾਣ, ਰੌਲਾ ਵੀ ਪਾਈ ਜਾਣ ਵੀ ਇਹ ਤਾਂ ਮਰਵਾ ਦੂ, ਇਹ ਤਾਂ ਐਂ ਕਰ ਰਿਹਾ, ਤਾਂ ਦੁਸ਼ਮਣ ਦਾ ਬੰਦਾ, ਜੇ ਹੈ ਉਹ ਹੈ ਨਾ। ਪ੍ਰਭਾਕਰ ਨੇ ਵੀ ਇਸ ਤਰ੍ਹਾਂ ਕੀਤਾ ਸ਼੍ਰੀਲੰਕਾ 'ਚ, ਉਹਨੇ ਸਾਰੀ ਅਪੋਜੀਸ਼ਨ ਅੰਦਰੋਂ ਖਤਮ ਕੀਤੀ ਤੇ ਮੌਜੇ ਤੁੰਗ ਨੇ ਇਸ ਤਰ੍ਹਾਂ ਕੀਤਾ ਉੱਥੇ। ਤੇ ਜਿਹਦੇ 'ਚ ਚੌਣ ਲਾਈ ਨੇ ਵੀ ਇਹਨੂੰ ਕ੍ਰਿਟਿਸਾਈਜ਼ ਕੀਤਾ ਸੀ ਉਦੋਂ ਵੀ ਇਟਸ ਟੂ ਮੱਚ, ਵੀ ਝੂਠੇ ਕਨਫੈਸ਼ਨ ਕਰਵਾ ਰਹੇ ਹੋ ਤੁਸੀਂ। ਉਹ ਤਾਂ ਚੱਲਦਾ ਵੀ ਹੁੰਦਾ, ਕੋਈ ਸੱਚੇ ਹੋਣਗੇ, ਕੋਈ ਝੂਠੇ ਹੋਣਗੇ। ਪਰ ਮੇਰਾ ਕਹਿਣ ਤੋਂ ਇਹ ਭਾਵ ਹੈ ਵੀ ਇਹ ਇਨਕਲਾਬ 'ਚ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਨਹੀਂ ਸਕਦੇ, ਇਹ ਵਾਪਰਦੀਆਂ। ਪਰ ਇਹਦੇ ਪ੍ਰਤੀ ਇੰਨਾ ਕੈਜੂਅਲ ਐਟੀਟਿਊਡ ਵੀ ਨਹੀਂ ਚਾਹੀਦਾ ਵੀ ਫਿਰ ਕੀ ਹੋ ਗਿਆ। ਤੇ ਇਹ ਚੱਲ ਆਪਾਂ ਜਦੋਂ ਪੰਜਾਬ ਦੀ ਆਰਮ ਗੱਲ ਕਰਾਂਗੇ ਨਾ ਕਿਤੇ ਨਕਸਲੀ ਲਹਿਰ ਦੀ, ਇੱਥੇ ਤਾਂ ਛੋਟੀ ਸੀ, ਇੱਥੇ ਵੀ ਇਸ ਤਰ੍ਹਾਂ ਹੋਇਆ ਹੈ ਜਿਹੜਾ ਮੌਤ ਪ੍ਰਤੀ ਇੱਕ ਕੈਜੂਅਲ ਜਿਹਾ ਐਟੀਟਿਊਡ, ਫਿਰ ਕੀ ਹੋ ਗਿਆ। ਸੋ ਇਹ ਵਾਪਰ ਜਾਂਦਾ ਹੁੰਦਾ। ਇਹ ਜਿਹੜੇ ਬੰਦੇ ਨਾ ਕਮਰਿਆਂ 'ਚ ਬੈਠੇ ਨੇ, ਏਅਰ ਕੰਡੀਸ਼ਨਾਂ 'ਚ ਜਾਂ ਡਰਾਇੰਗ ਰੂਮਾਂ 'ਚ ਬਹਿ ਕੇ, ਉਹ ਤਾਂ ਮਤਲਬ ਇਹੋ ਜਿਹੀਆਂ ਮੱਤਾਂ ਦੇ ਸਕਦੇ ਨੇ ਵੀ ਆਹ ਗਲਤ ਹੋ ਗਿਆ, ਆਹ ਗਲਤ ਹੋ ਗਿਆ, ਆਹ ਗਲਤ ਹੋ ਗਿਆ। ਇਹ ਜਿਹੜੇ ਲੜ ਰਹੇ ਬੰਦੇ ਹੁੰਦੇ ਨੇ, ਜਿਹੜੇ ਮਤਲਬ ਸੀਸ ਤਲੀ 'ਤੇ ਰੱਖਿਆ ਹੁੰਦਾ ਨਾ, ਉਹਨਾਂ ਦੀ ਉਸ ਮੌਕੇ ਮਾਨਸਿਕਤਾ, ਉਹ ਸਿਚੁਏਸ਼ਨ ਕੀ ਹੁੰਦੀ ਹੈ, ਧਿਆਨ 'ਚ ਰੱਖਣੀ ਚਾਹੀਦੀ ਹੈ। ਸੋ ਚਲੋ ਜੀ, ਇਹਦਾ ਫਿਰ ਇਹਨਾਂ ਨੇ ਉੱਥੋਂ ਪਿੱਛੇ ਹਟਣਾ ਸ਼ੁਰੂ ਕੀਤਾ ਤੇ ਮਿਹਰ ਸਿੰਘ ਇਹ ਇੱਕ ਅੰਦਾਜ਼ਾ ਤਾਂ ਕਹਿੰਦਾ 9000 ਕਿਲੋਮੀਟਰ ਪਿੱਛੇ ਗਏ, 370 ਦਿਨ ਲੱਗੇ। ਤੇ ਉਹ ਜਿਹੜਾ ਸਾਰਾ ਇਲਾਕਾ ਸੀ ਉਹ ਇੰਨਾ ਖਤਰਨਾਕ, ਕਈ ਥਾਵਾਂ 'ਤੇ ਤਾਂ ਜਿਵੇਂ ਦਲਦਲਾਂ ਇਹੋ ਜਿਹੀਆਂ ਸੀ ਵੀ 100 ਬੰਦਾ ਮੂਹਰੇ ਗਿਆ, ਉਹ ਵਿੱਚ ਹੀ ਧੱਸ ਗਿਆ। ਫਿਰ ਕਈ ਥਾਵਾਂ 'ਤੇ ਜਿਹੜੇ ਹੈਗੇ ਨੇ ਕਬੀਲੇ ਇਹ ਜਿਹੜੇ ਬੰਦੇ ਨੂੰ ਜਿਉਂਦਾ ਜਾਣ ਨਹੀਂ ਸੀ ਦਿੰਦੇ, ਉਹਨਾਂ ਨਾਲ ਵੀ ਲੜਾਈਆਂ ਹੋਈਆਂ। ਉੱਧਰੋਂ ਦੁਸ਼ਮਣ ਪਿੱਛਾ ਕਰ ਰਿਹਾ। ਈਵਨ ਉਸ ਮੌਕੇ ਦੇ ਉੱਤੇ ਏਅਰ ਰੇਡ ਵੀ ਹੋਣ ਲੱਗ ਗਏ ਸੀ, ਉਸ ਮੌਕੇ ਤੇ ਆ ਗਏ ਸੀ। ਮਤਲਬ ਕਿਹੜੇ ਸਮੇਂ ਦੀ ਗੱਲ ਹੈ ਇਹ ਹੋਇਆ 1934 'ਚ, ਅਕਤੂਬਰ 1934 'ਚ ਉਹ ਉੱਥੋਂ ਚੱਲੇ, ਮਤਲਬ ਆਪਣਾ ਹੁਨਾਨ ਵਾਲੇ ਇਲਾਕੇ 'ਚੋਂ ਜਿਆਂਗਸ਼ੀ, ਤੇ ਉਧਰ ਫਿਰ ਉਹ ਸ਼ਾਂਗ 'ਚ ਪਹੁੰਚੇ ਜਿੱਥੇ ਜਨਾਨ। ਉਹ ਉੱਥੋਂ 15 ਅਕਤੂਬਰ ਨੂੰ ਚੱਲੇ ਤੇ 22 ਅਕਤੂਬਰ ਅਗਲੇ ਸਾਲ ਆਪਦੇ ਟਿਕਾਣੇ ਤੇ ਜਾ ਕੇ ਉਹ ਪਹੁੰਚੇ। 370 ਦਿਨ ਲੱਗੇ ਤੇ 1 ਲੱਖ ਦੇ ਕਰੀਬ ਬੰਦਾ ਚੱਲਿਆ ਸੀ ਤੇ ਉਹਦੇ ਚੋਂ ਸਿਰਫ 8000 ਰਹਿ ਗਏ ਸੀ ਜਿਹੜੇ ਜਿਉਂਦੇ। ਤੇ ਉਹ ਇਹ ਬੜਾ ਮਹੱਤਵਪੂਰਨ ਹੈ ਬਈ ਜੇ 8000 ਵੀ ਨਾ ਰਹਿੰਦੇ ਫਿਰ ਉਹ 8000 ਨੇ ਕੀਤਾ ਕੀ ਹੈ ਜੀ, ਇਹ ਇੰਪੋਰਟੈਂਟ ਹੈ। ਸੋ ਜਿਹੜਾ ਵਿਜ਼ਨਰੀ ਲੀਡਰ ਹੁੰਦਾ ਨਾ, ਸਟ੍ਰੈਟਜੀਸ਼ੀਅਨ ਹੁੰਦਾ ਹੈ, ਉਹਦੇ ਹੱਥ 'ਚ ਬਹੁਤ ਕੁਝ ਹੁੰਦਾ ਵੀ ਜੇ ਤੁਹਾਡੇ ਕੋਲੇ ਉਹ ਹੈ ਤਾਂ ਬੜੀਆਂ ਔਖੀਆਂ ਹਾਲਤਾਂ 'ਚੋਂ ਵੀ ਲਹਿਰ ਨੂੰ ਕੱਢ ਕੇ ਲੈ ਜਾਊਗਾ, ਤੇ ਜੇ ਉਹ ਨਹੀਂ ਤਾਂ ਫਿਰ ਬਾਕੀ ਹਰ ਜਗ੍ਹਾ ਦੀਆਂ ਹਾਲਤਾਂ ਆਪਦੀਆਂ ਹੁੰਦੀਆਂ। ਅਸੀਂ ਹੁਣ ਇਹ ਨਹੀਂ ਕਹਿ ਸਕਦੇ ਉਹ ਚੀਨ ਦੀਆਂ ਹਾਲਤਾਂ ਹੋਰ ਸੀ, ਸਾਡੀਆਂ ਹੋਰ ਨਾ, ਹੈ ਨਾ। ਪਰ ਚਲੋ ਫਿਰ ਵੀ ਇੱਕ ਜਗ੍ਹਾ ਦਾ ਤਜਰਬਾ ਕਿਤੇ ਨਾ ਕਿਤੇ ਦੂਜੀ ਜਗ੍ਹਾ 'ਤੇ ਕੰਮ ਵੀ ਆਉਂਦਾ। ਸੋ ਚਲੋ ਉਹ ਉੱਥੇ ਪਹੁੰਚ ਗਏ ਜੀ ਜਨਾਨ ਦੇ ਵਿੱਚ। ਉਹ ਇਲਾਕਾ ਪਹਾੜਾਂ ਨਾਲ ਘਿਰਿਆ ਹੋਇਆ ਸੀਗਾ,
ਉੱਥੇ ਜਾ ਕੇ ਫਿਰ ਇਹਨਾਂ ਨੇ ਆਪਦੀ ਤਾਕਤ ਜੋੜਨੀ ਸ਼ੁਰੂ ਕਰਤੀ। ਫਿਰ ਕੀ ਹੋਇਆ ਵੀ 2 ਸਾਲਾਂ ਬਾਅਦ ਹੀ 37 ਦੇ ਵਿੱਚ ਜਾਪਾਨ ਨੇ ਹਮਲਾ ਕਰਤਾ ਚੀਨ ਤੇ। ਉਹਦੇ 'ਚ ਫਿਰ ਕੀ ਕੀਤਾ, ਮੌਜੇ ਤੁੰਗ ਤੇ ਚੌਣ ਲਈ ਇਹ ਸਮਝ ਲੈ ਕੇ ਆਏ ਕਿ ਹੁਣ ਸਾਨੂੰ ਜਿਹੜੀ ਆਪਸੀ ਲੜਾਈ ਹੈ ਆਪਸ ਵਿੱਚ ਹੀ ਜੀ ਕੌਮਨ ਤਾਂਗ ਦੇ ਚਾਂਕਈ ਸ਼ੇਖ ਨਾਲ ਉਹ ਬੰਦ ਕਰੀਏ ਤੇ ਸਾਰੀ ਕੌਮ ਇਕੱਠੀ ਹੋ ਕੇ ਜਾਪਾਨ ਦੇ ਖਿਲਾਫ ਲੜੇ। ਸੋ ਜਿਹੜਾ ਉਹ ਨੈਸ਼ਨਲ ਸੈਂਟੀਮੈਂਟ ਸੀ ਜੀ ਉਹ ਇਹਨਾਂ ਨੇ ਜਗਾ ਲਿਆ। ਲੋਕਾਂ ਪ੍ਰਾਪੇਗੰਡਾ ਵੀ ਕੀਤਾ ਤੇ ਕੌਮਨ ਤਾਂਗ ਦੇ ਰਾਹੀਂ ਚਾਂਕਈ ਸ਼ੇਖ ਤੇ ਦਬਾਅ ਪਾਇਆ ਵੀ ਬੰਦ ਕਰ ਜ਼ੁਲਮ ਕਰਨਾ, ਕਮਿਊਨਿਸਟਾਂ ਤੇ ਹਮਲੇ ਕਰਨੇ, ਕੁਛ ਚਿਰ ਬੰਦ ਕਰ। ਕਮਿਊਨਿਸਟ ਕਹਿੰਦੇ ਅਸੀਂ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰ ਦਿੰਨੇ ਆ। ਇਹ ਲੜਾਈਆਂ ਆਪਾਂ ਇਹਨੂੰ ਪੋਸਟਪੋਨ ਕਰ ਲਈਏ ਤੇ ਹੁਣ ਆਪਾਂ ਜਾਪਾਨ ਨਾਲ ਲੜੀਏ। ਚਾਂਕਈ ਸ਼ੇਖ ਮੰਨਦਾ ਨਹੀਂ ਸੀ। ਅਲਟੀਮੇਟਲੀ ਇਹ ਹੋਇਆ ਵੀ ਉਹਦੇ ਫਿਰ ਜਨਰਲ ਗੰਢ ਲਏ ਇਹਨਾਂ ਨੇ। ਅੱਛਾ ਜੀ। ਉਹ ਜਨਰਲਾਂ ਨੇ ਉਹਨੂੰ ਕੈਦ ਹੀ ਕੀਤਾ, ਬੰਦੀ ਬਣਾਇਆ ਤੇ ਬੰਦੀ ਬਣਾਏ ਕਿ ਉਹ ਤੋਂ ਸਹੀ ਪਵਾਈ। ਆਹ ਸਾਰੀਆਂ ਗੱਲਾਂ ਮਨਵਾ ਲਈਆਂ ਵੀ ਹੁਣ ਆਪਾਂ ਇਕੱਠੇ ਹੋ ਕੇ ਲੜੀਏ। ਸੋ ਉਹ 37 ਤੋਂ ਲੈ ਕੇ 45 ਤੱਕ ਉਧਰੋਂ ਸੈਕੰਡ ਵਰਲਡ ਵਾਰ ਲੱਗ ਗਿਆ 39 ਚ। ਸੋ ਕੁਛ ਤਾਂ ਤੁੱਕੇ ਵੀ ਹਾਲਤਾਂ ਬਣਦੀਆਂ ਨਾ ਇਹ ਜਿਹੀਆਂ, ਨਹੀਂ ਹੋ ਸਕਦਾ ਉੱਥੇ ਇਨਕਲਾਬ ਹੁੰਦਾ ਹੀ ਨਾ ਜੇ ਜਾਪਾਨ ਨਾ ਹਮਲਾ ਕਰਦਾ, ਜੇ ਸੰਸਾਰ ਜੰਗ ਨਾ ਲੱਗਦੀ। ਉਹ ਸੰਸਾਰ ਜੰਗ ਲੱਗਣ ਨਾਲ ਤੇ ਜਿੰਨੀਆਂ ਵੀ ਦੂਜੀਆਂ ਤਾਕਤਾਂ ਸੀਗੀਆਂ ਰੂਸ, ਅਮਰੀਕਾ, ਬਰਤਾਨੀਆ, ਫਰਾਂਸ, ਇਹ ਸਾਰੀਆਂ ਤਾਕਤਾਂ ਫਿਰ ਐਂਟੀ ਜਾਪਾਨ ਸੀ। ਸੋ ਇਹਨਾਂ ਨੇ ਫਿਰ ਉਹ ਕਮਿਊਨਿਸਟਾਂ ਤੇ ਹਮਲੇ ਕਰਨੇ ਬੰਦ ਕਰਤੇ ਤੇ ਕਮਿਊਨਿਸਟਾਂ ਨੂੰ ਮੌਕਾ ਮਿਲ ਗਿਆ। ਤੇ ਉਹ ਸੈਂਟੀਮੈਂਟ ਨੂੰ ਕਮਿਊਨਿਸਟਾਂ ਨੇ ਬੜਾ ਵਰਤਿਆ, ਲੜੇ ਵੀ ਬੜੇ ਤੇ ਪਰ ਉਦੋਂ ਫਿਰ ਇਹਨਾਂ ਦੀ ਤਾਕਤ ਬਹੁਤ ਬਣ ਗਈ। ਸੋ 45 ਦੇ ਵਿੱਚ ਜਦੋਂ ਜੰਗ ਖਤਮ ਹੋਈ ਉਹ ਸੰਧੀ ਤਾਂ ਟੁੱਟ ਗਈ ਫਿਰ ਜੀ ਹੈ ਨਾ। ਕੌਮਨ ਤਾਂਗ ਫਿਰ ਉਸੇ ਪੁਰਾਣੇ ਗੇਅਰ 'ਚ ਆ ਗਿਆ ਹੈ ਨਾ, ਪੁਰਾਣੇ ਪੈਂਤੜੇ ਤੇ ਉਹ ਕਮਿਊਨਿਸਟਾਂ ਨੂੰ ਕੁਚਲਣ ਦੀ ਫਿਰ ਚਲਾ ਲਈ। ਪਰ ਇਹ ਸਪੀਡ 'ਚ ਇੰਨੇ ਤਕੜੇ ਹੋ ਗਏ ਸੀਗੇ ਬਹੁਤ ਜ਼ਿਆਦਾ। ਤੇ ਉਧਰੋਂ ਰੂਸ ਵਾਲਿਆਂ ਨੇ ਕੀ ਕੀਤਾ, ਰੂਸ ਦੀ ਕਮਿਊਨਿਸਟ ਪਾਰਟੀ ਨੇ, ਸਟਾਲਨ ਨੇ ਹਦਾਇਤ ਦਿੱਤੀ ਇਹਨਾਂ ਨੂੰ ਵੀ ਹੁਣ ਤੁਸੀਂ ਇਹ ਚਾਂਕਈ ਸ਼ੇਖ ਦੇ ਖਿਲਾਫ ਨਹੀਂ ਲੜਨਾ, ਕਿਉਂਕਿ ਉਹਦੀ ਲੋੜ ਸੀਗੀ ਇੰਟਰਨੈਸ਼ਨਲ, ਉਹਦੀ ਫੋਰਨ ਪਾਲਿਸੀ ਦੀ ਲੋੜ ਸੀ ਵੀ ਕੌਮਨ ਤਾਂਗ ਨਾਲ ਨਾ ਵਿਗਾੜੀ ਜਾਵੇ। ਉਹ ਨਾਲ ਲੈ ਕੇ ਚੱਲਣਾ ਚਾਹੁੰਦੇ, ਉਹਨੂੰ ਨਾਲ ਲੈ ਕੇ ਚੱਲਣਾ ਵੱਡੀ ਤਾਕਤ ਸੀਗੀ ਇਸ ਖਿੱਤੇ ਦੇ ਵਿੱਚ ਤੇ ਸਾਰੇ ਦੁਨੀਆ ਦੇ ਫੋਰਸ। ਪਰ ਇਹ ਕਹਿੰਦੇ ਵੀ ਨਹੀਂ ਅਸੀਂ ਨਹੀਂ। ਸੋ ਇਹਨਾਂ ਨੇ ਉੱਥੇ ਵੀ ਉਹਨੂੰ ਡਿਫਾਈ ਕੀਤਾ, ਉਹਦੇ ਹਦਾਇਤਾਂ ਦੀ ਕੋਈ ਪਰਵਾਹ ਨਾ ਕੀਤੀ। ਸੋ ਅਲਟੀਮੇਟਲੀ 1949 'ਚ ਸਾਰੇ ਦੇਸ਼ 'ਚ ਕਬਜ਼ਾ ਕਮਿਊਨਿਸਟਾਂ ਦਾ ਹੋ ਗਿਆ। ਉਹ ਲਾਲ ਫੌਜ ਸੀਗੀ ਤੇ ਉਹ ਜਿਵੇਂ ਮੌਜੇ ਤੁੰਗ ਦਾ ਸੀ ਵੀ ਸਮੁੰਦਰ ਦੀਆਂ ਲਹਿਰਾਂ ਵਾਂਗੂ ਬਾਹਰ ਨੂੰ ਵਧੋ। ਉਹ ਜਿਨਾਨ ਦਾ ਇੱਕ ਛੋਟਾ ਜਿਹਾ ਇਲਾਕਾ ਸੀ ਜਿੱਥੋਂ ਉਹ ਸ਼ੁਰੂ ਹੋਏ ਤੇ ਉੱਥੋਂ ਵੱਧਦੇ ਸਾਰੇ ਚੀਨ ਦੇ ਵਿੱਚ ਉਹ ਕਾਬਜ ਹੋ ਗਏ। ਸੋ ਇਸ ਤਰ੍ਹਾਂ 1949 ਦੇ ਵਿੱਚ ਜਾ ਕੇ ਇਹ ਜਿਹੜਾ ਚੀਨ ਦਾ ਇਨਕਲਾਬ ਹੈ ਇਹ ਪੂਰਾ ਹੋਇਆ। ਸੋ ਇਹ ਵੱਡਾ ਇਨਕਲਾਬ ਸੀਗਾ ਰੂਸ ਤੋਂ ਬਾਅਦ ਤੇ ਇੱਕ ਵੱਖਰੀ ਕਿਸਮ ਦੇ ਦੇਸ਼ 'ਚ ਵੱਖਰੀ ਕਿਸਮ ਦੇ ਢੰਗ ਨਾਲ ਆਇਆ ਤੇ ਵੱਖਰੀ ਕਿਸਮ ਦੀ ਸੋਚ ਲੈ ਕੇ ਆਇਆ ਹੈ ਨਾ। ਇਹ ਮੇਨਲੀ ਕਿਸਾਨੀ ਵਾਲਾ ਸੀਗਾ ਤੇ ਇਸ ਕਰਕੇ ਉਹ ਇਹਨੂੰ ਮਾਨਤਾ ਹੀ ਨਹੀਂ ਸੀ ਦਿੰਦੇ। ਉਹ ਤਾਂ ਉਹ ਕਹਿੰਦੇ ਵੀ ਇਹ ਇਨਕਲਾਬ ਥੋੜ੍ਹਾ ਹੈ, ਇਹ ਤਾਂ ਬੁਰਸ਼ਾਗਰਦੀ ਹੈ ਬੰਦਿਆਂ ਦੀ। ਸੋ ਇਹ ਇੱਕ ਵਿਰੋਧ ਜਿਹੜਾ ਫਿਰ ਪੈਦਾ ਹੋਇਆ, ਜਿਹੜਾ ਫਿਰ ਅੱਗੇ ਜਾ ਕੇ ਦੋਹਾਂ 'ਚ ਸਪਲਿਟ ਹੋਈ। ਸਪਲਿਟ ਇਹ ਹੋਈ ਵੀ 1963 'ਚ ਦੋਵਾਂ ਪਾਰਟੀਆਂ 'ਚ ਇੱਕ ਗ੍ਰੇਟ ਡਿਬੇਟ ਚੱਲੀ, ਖੁੱਲੀ ਲੜਾਈ ਚੱਲ ਪਈ ਰੂਸ ਤੇ ਚੀਨ ਦੀ ਪਾਰਟੀ 'ਚ। ਇੱਕ ਦੂਜੇ ਨੂੰ ਚਿੱਠੀਆਂ ਲਿਖੀਆਂ, ਬਟ ਉਹ ਚਿੱਠੀਆਂ ਦੇ ਵਿੱਚ ਹੀ ਮਤਲਬ ਲੜਾਈ ਚਿੱਠੀਆਂ ਰਾਹੀਂ ਹੋਈ, ਵੱਡੀਆਂ ਲੰਬੀਆਂ ਚਿੱਠੀਆਂ। ਤੇ ਉਹ ਮੈਨੂੰ ਇੱਕ ਬੰਦੇ ਨੇ ਦੱਸਿਆ ਜਿਹੜਾ ਆਪਣਾ ਸ਼੍ਰੀਲੰਕਾ ਦੀ ਕਮਿਊਨਿਸਟ ਪਾਰਟੀ ਦਾ ਆਗੂ ਸੀ ਉਸ ਮੌਕੇ, ਬਹੁਤ ਬਜ਼ੁਰਗ ਸੀ, ਮੈਨੂੰ 84 'ਚ ਮਿਲਿਆ ਸੀ। ਉਹ ਉਸ ਮੌਕੇ ਮੌਜੇ ਤੁੰਗ ਨੂੰ ਮਿਲਦਾ ਰਹਿੰਦਾ ਸੀ। ਉਹਨੇ ਦੱਸਿਆ, ਕਹਿੰਦਾ ਵੀ ਉਹ ਚਿੱਠੀ ਜਿਹੜੀ ਲਿਖੀ ਨਾ ਚੀਨ ਦੀ ਕਮਿਊਨਿਸਟ ਪਾਰਟੀ ਨੇ, ਉਹ 150 ਮੈਂਬਰਾਂ ਦੀ ਕਮੇਟੀ ਬਣੀ ਸੀ ਜਿਹਨੇ ਚਿੱਠੀ ਡਰਾਫਟ ਕੀਤੀ। ਤੇ ਉਹ ਬੜੀ ਪਾਵਰਫੁਲ ਚਿੱਠੀ ਸੀ ਉਹਨਾਂ ਦੀ। ਉਹ ਕਹਿੰਦੇ ਵੀ ਤੁਸੀਂ ਜਿੰਨੇ ਪਾਪ ਕੀਤੇ ਨਾ ਰੂਸ ਦੀ ਕਮਿਊਨਿਸਟ ਪਾਰਟੀ ਨੇ, ਉਹ ਜੇ ਸਾਰੇ ਬੋਲਗਾ ਵੱਡਾ ਦਰਿਆ ਹੈ, ਜੇ ਉਹਦੀ ਸਾਰੀ ਬੋਲਗਾ ਦਾ ਸਿਆਹੀ ਬਣਾ ਲਈਏ ਤੇ ਜੰਗਲਾਂ ਦੇ ਕਲਮ ਬਣਾ ਲਈਏ ਨਾ, ਉਹ ਪਾਪ ਤਾਂ ਵੀ ਨਹੀਂ ਲਿਖੇ ਜਾਂ ਬੋਲਗਾ ਵੀ ਧੋ ਨਹੀਂ ਸਕੂ ਵੀ ਉਹ ਇੰਨੇ ਪਾਪ ਤੁਸੀਂ ਕੀਤੇ। ਚਲੋ ਉਹ ਤਾਂ ਇੱਕ ਹੋਰ ਤਰ੍ਹਾਂ ਦੀਆਂ ਗੱਲਾਂ ਨੇ, ਮਤਲਬ ਗੱਲ ਤਾਂ ਇਹ ਵੀ ਦੋਹਾਂ ਦੇ ਵਿੱਚ ਖੜਕ ਪਈ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਚੀਨ ਦਾ ਇਨਕਲਾਬ ਹੈ ਇਹ ਇੱਕ ਵੱਖਰੀ ਤਰ੍ਹਾਂ ਦਾ ਵੀ ਇਹ ਇੱਥੇ ਕਿਸ ਤਰ੍ਹਾਂ ਦਾ ਇਨਕਲਾਬ ਹੋਊ। ਪਹਿਲਾਂ ਇਹ ਕਿਸਾਨੀ ਇਨਕਲਾਬ ਹੋਊ, ਫਿਰ ਹੌਲੀ ਹੌਲੀ ਅਸੀਂ ਸਮਾਜਵਾਦੀ ਇਨਕਲਾਬ ਵੱਲ ਨੂੰ ਵਧਾਂਗੇ, ਪਰ ਵਧਾਂਗੇ ਢੰਗ ਨਾਲ
ਉਸ ਤਰ੍ਹਾਂ ਨਹੀਂ, ਮਤਲਬ ਇੱਕਦਮ ਨਹੀਂ। ਸੋ ਉਹ ਜਿਹੜਾ ਫਾਸਟ ਟਰੈਕ ਇਨਕਲਾਬ ਸੀਗਾ ਉਹਦੀ ਬਜਾਏ ਇਹ ਇੱਕ ਜਿਹੜਾ ਸਲੋ ਚੱਲਿਆ ਤੇ ਸਾਰਾ ਕੁਛ ਹੀ ਇਹਨਾਂ ਦਾ ਸਲੋ ਸੀ ਤੇ ਉਹ ਲੀਡਰ ਦਾ ਵੀ ਰਾਹ ਵੀ ਤੇ ਤਰੀਕੇ ਵੀ ਆਪਣੇ ਤਰੀਕੇ ਵੀ ਆਪਦੇ। ਫਿਰ ਉਹ ਮੌਜੇ ਤੁੰਗ ਦੀਆਂ ਤੁਸੀਂ ਲਿਖਤਾਂ ਪੜ੍ਹੋ ਮਤਲਬ ਜਾਂ ਸਾਰਾ ਕੁਛ, ਇੱਕ ਤਾਂ ਉਹ ਮਿਲਟਰੀ ਸਟ੍ਰੈਟਜਿਸਟ ਬਹੁਤ ਤਕੜਾ ਸੀਗਾ। ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਆਪਦੇ ਇਤਿਹਾਸ ਦਾ 4000 ਸਾਲ ਦੇ ਇਤਿਹਾਸ ਦਾ ਚੀਨ ਦੇ ਦਾ ਉਹਦੇ ਪੋਟਿਆਂ ਤੇ ਸੀ, ਉਹਦੇ ਹਵਾਲੇ ਹੀ ਉੱਥੋਂ ਹੈ। ਤੁਹਾਨੂੰ ਕਿਤੇ ਬਹੁਤ ਘੱਟ 100 ਸਫ਼ੇ ਬਾਅਦ ਕਿਤੇ ਮਾਰਕਸ ਜਾਂ ਲੈਨਨ ਦਾ ਨਾਮ ਮਿਲੂ। ਇੱਕ ਪਾਸੇ ਅਨਪੜ੍ਹ ਕਹਿੰਦੇ ਸੀ ਉਹਨੂੰ, ਹਾਂ ਉਹ ਫਿਰ ਉਹ ਅਨਪੜ੍ਹ ਹੀ ਕਹਿੰਦੇ ਹੁੰਦੇ। ਹੁਣ ਜਿਵੇਂ ਆਪਣੇ ਇੱਥੇ ਸਿੱਖਾਂ ਨੂੰ ਅਨਪੜ੍ਹ ਜੀ, ਗੁਰਬਾਣੀ ਦਾ ਗਿਆਨ ਵੀ ਇਹ ਗਿਆਨ ਥੋੜ੍ਹਾ ਹੈ। ਗਿਆਨ ਤਾਂ ਇਹ ਤੁਹਾਨੂੰ ਪੱਛਮ ਦੇ ਸਿਧਾਂਤ ਕਿੰਨੇ ਖਾਉਂਦੇ ਨੇ ਨਾ, ਉਹ ਇਸ ਤਰ੍ਹਾਂ ਦਾ ਹੀ ਸੀਗਾ। ਚਲੋ ਉਹ ਇੱਕ ਵੱਖਰੀ ਕਿਸਮ ਦਾ ਮਤਲਬ ਇਹ ਕਹਿ ਲਈਏ ਸੀ ਤਾਂ ਕਮਿਊਨਿਸਟ ਸੀ, ਪਰ ਇੱਕ ਵੱਖਰੀ ਤਰ੍ਹਾਂ ਦਾ ਕਮਿਊਨਿਸਟ ਸੀ। ਦੂਜੀ ਗੱਲ ਉਹ ਪੋਇਟ ਸੀ ਬੜਾ ਵੱਡਾ, ਤੇ ਉਹ ਪੋਇਟਰੀ ਮਤਲਬ ਏਡੀ ਸੀਗੀ ਕਿ ਆਪਣੇ ਹਰਿੰਦਰ ਸਿੰਘ ਮਹਿਬੂਬ ਉਹਦੇ ਬਹੁਤ ਉਪਾਸ਼ਕ ਸੀਗੇ ਤੇ ਉਹਨਾਂ ਨੇ ਉਹਦੀਆਂ ਕਈ ਕਵਿਤਾਵਾਂ ਦਾ ਤਰਜਮਾ ਕੀਤਾ ਹੈ। ਤੇ ਮਹਿਬੂਬ ਦੀ ਇਹ ਧਾਰਨਾ ਸੀ ਕਿ ਜਿਹੜਾ ਲੀਡਰ ਆਫ ਦੀ ਰੈਵੋਲੂਸ਼ਨ, ਜਿਹੜਾ ਇਨਕਲਾਬ ਦਾ ਲੀਡਰ ਹੈ ਨਾ, ਜੇ ਉਹ ਕਵੀ ਨਹੀਂ, ਜੇ ਉਹ ਕੋਮਲ ਭਾਵੀ ਨਹੀਂ, ਉਹ ਤਬਾਹੀ ਬਹੁਤ ਮਚਾਊਗਾ। ਤੇ ਤਬਾਹੀ ਤਾਂ ਚੀਨ 'ਚ ਵੀ ਬਹੁਤ ਹੋਈ, ਕਿਉਂਕਿ ਇਨਕਲਾਬ ਤੇ ਤਬਾਹੀ ਇਹ ਤੋਂ ਤੁਸੀਂ ਇਹ ਚੀਜ਼ਾਂ ਹੱਡ ਨਹੀਂ ਹੋ ਸਕਦੀਆਂ। ਜਿਵੇਂ ਤਾਕਤ ਆਈ ਹੈ ਉਵੇਂ ਬਚਾਈ ਜਾਂਦੀ ਹੈ। ਖੂਨ ਡੋਲ ਕੇ ਤਾਕਤ ਲਈ ਹੈ ਤੇ ਉਹਨੂੰ ਬਚਾਉਣ ਵਾਸਤੇ ਵੀ ਖੂਨ ਡੋਲਣਾ। ਉਹ ਇਨਕਲਾਬ 'ਚ ਇਹ ਨਹੀਂ ਕਹਿ ਸਕਦੇ ਵੀ ਬੰਦੇ ਮਰਵਾਤੇ 1 ਲੱਖ ਤੋਂ 8000 ਤੇ ਆ ਜਾਣਾ, ਫਿਰ ਉਹ ਆਪਣੇ ਆਪ ਨੂੰ ਜਥੇਬੰਦ ਕਰਨਾ ਤੇ ਚੱਲਣਾ ਇਸ ਤਰ੍ਹਾਂ ਹੀ ਹੁੰਦਾ। ਮਤਲਬ ਬਾਕੀ ਸਮੇਂ ਤੇ ਬੜਾ ਡਿਪੈਂਡ ਕਰਦਾ ਹੁੰਦਾ। ਉਹ ਤਾਂ ਫਿਰ ਜੋ ਜੀਤਾ ਵਹੀ ਸਿਕੰਦਰ, ਜੇ ਮੌਜੇ ਤੋਂ ਹਾਰ ਜਾਂਦਾ ਉਹਨੇ ਇਤਿਹਾਸ ਦਾ ਖਲਨਾਇਕ ਹੋਣਾ ਸੀ ਤੇ ਉਹ ਜਿੱਤ ਗਿਆ। ਉਹਦੇ ਸਾਰੇ ਜਿਹੜੇ ਗੁਨਾਹ ਸੀਗੇ ਉਹ ਸਾਰੇ ਧੋਤੇ ਗਏ। ਸੋ ਇਸ ਤਰ੍ਹਾਂ ਸੀ ਜਿਹੜਾ ਇਹ ਇੱਕ ਚੀਨ ਦਾ ਇਨਕਲਾਬ ਆਇਆ। ਇੱਥੋਂ ਸਵਾਲ ਖੜਾ ਹੁੰਦਾ, ਜਿਵੇਂ ਅੱਜ ਦੇ ਸਮੇਂ 'ਚ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਜ਼ਿਆਦਾਤਰ ਹਥਿਆਰਬੰਦੀ ਸੰਘਰਸ਼ ਦੇ ਵਿੱਚ ਉਹ ਬੰਦੇ ਜਾਂਦੇ ਨੇ ਜਿਹੜੇ ਜਾਂ ਤਾਂ ਅਨਪੜ੍ਹ ਨੇ, ਪੜ੍ਹੇ ਲਿਖੇ ਨਹੀਂ ਹੋਏ। ਇਹ ਜਿਵੇਂ ਵੀ ਤੁਸੀਂ ਦੱਸਿਆਗਾ ਵੀ ਰੂਸ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ, ਚੀਨ ਦੇ ਵਿੱਚ ਵੀ, ਫਿਰ ਅੱਗੇ ਜਾ ਕੇ ਆ ਹੁਣ ਇਸ ਇਨਕਲਾਬ ਦੀ ਗੱਲ ਜਿਹੜੀ ਆਪਾਂ ਕਰਕੇ ਹਟੇ ਹਾਂ, ਜਿੱਥੇ ਮਾਓ ਜੇ ਤੁੰਗ ਨੇ ਜਾਂ ਅੱਗੇ ਚੀ ਗਵੇਰਾ ਨੇ ਹਥਿਆਰਬੰਦ ਸੰਘਰਸ਼ ਦੇ ਨਾਲ ਅੱਗੇ ਰਾਜ ਪ੍ਰਬੰਧ ਨੂੰ ਪਲਟਿਆ ਆ। ਸੋ ਇਹ ਕੀ ਕਾਰਨ ਬਣਦਾ ਹੈ ਕਿ ਲੋਕ ਇੱਦਾਂ ਜਿਹੜਾ ਕਹਿਣ ਲੱਗ ਜਾਂਦੇ ਨੇ? ਜੇ ਅੱਜ ਦੀ ਕਮਿਊਨਿਸਟ ਲਹਿਰ ਦੀ ਵੀ ਗੱਲ ਕਰੀਏ, ਇਹ ਕੀ ਕਾਰਨ ਬਣਦਾ? ਕਾਰਨ ਇਹ ਬਣਦਾ ਜੋ ਮਾਡਰਨ ਹੈਗਾ ਨਾ ਜ਼ਮਾਨਾ, ਇਹਦੇ ਵਿੱਚ ਜਿਹੜਾ ਹੈਗਾ ਇੰਟੈਲੀਜੈਂਸ ਨੂੰ, ਇੰਟਲੈਕਟ ਨੂੰ ਲੋੜੋਂ ਵੱਧਵੀਂ ਅਹਿਮੀਅਤ ਦੇਤੀ ਹੈ। ਬੰਦਾ ਪੜ੍ਹਿਆ ਲਿਖਿਆ ਹੋਵੇ, ਉਹ ਹੈ ਵੀ ਉਹ ਸਿਆਣਾ ਹੁੰਦਾ ਹੈ। ਤੇ ਐਕਚੁਅਲੀ ਤਾਂ ਇਹ ਹੈ ਕਿ ਪੜ੍ਹੇ ਲਿਖੇ ਬਹੁਤ ਘੱਟ ਲੜਦੇ ਨੇ। ਮਤਲਬ ਇਹ ਨਹੀਂ ਕੋਈ ਐਬਸੋਲੂਟ ਪ੍ਰਿੰਸੀਪਲ ਨਹੀਂ ਵੀ ਪੜ੍ਹਿਆ ਲਿਖਿਆ ਤਾਂ ਲੜੂਗਾ ਹੀ ਨਹੀਂ। ਆਪਣੇ ਖਾੜਕੂ ਲਹਿਰ 'ਚ ਕਿੰਨੇ ਪੜ੍ਹੇ ਲਿਖੇ ਆਏ ਬੰਦੇ ਹੈ ਨਾ, ਬ੍ਰਿਲੀਅੰਟ ਮਾਈਂਡ ਵੀ ਆਉਂਦੇ ਨੇ, ਪਰ ਮੈਜੋਰਟੀ ਜਿਹੜੀ ਹੋਊ ਲੜਨ ਵਾਲੀ ਉਹ ਦੂਜੇ ਹੀ ਹੋਣਗੇ, ਜਿਹੜੇ ਉਹਨੇ ਪੜ੍ਹੇ ਲਿਖੇ ਨਹੀਂ ਹੋਣਗੇ। ਪਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਸਪਿਰਿਟ ਲੜਾਈ ਦੀ ਉਹ ਜ਼ਿਆਦਾ ਹੋਊਗੀ। ਇਹ ਹਰ ਇਨਕਲਾਬ ਦੇ ਵਿੱਚ ਹੀ ਇਸ ਤਰ੍ਹਾਂ ਹੋਊ, ਹਰ ਲਹਿਰ ਦੇ ਵਿੱਚ ਹੀ ਇਸ ਤਰ੍ਹਾਂ ਹੋਊ। ਇਸ ਕਰਕੇ ਜਦੋਂ ਜਾ ਕੇ ਉਹਦੀ ਫਿਰ ਪੜਚੋਲ ਕਰਨ ਬੰਦੇ 20 ਸਾਲਾਂ ਬਾਅਦ 30 ਸਾਲਾਂ ਬਾਅਦ ਕਰਦੇ ਨੇ ਨਾ, ਉਹ ਫਿਰ ਉਹੀ ਬੰਦੇ ਕਰਦੇ ਨੇ ਜਿਹੜੇ ਆਪ ਦਿਮਾਗਾਂ ਆਪਦੇ ਆਪ ਨੂੰ ਵਿਦਵਾਨ ਸਮਝਦੇ ਨੇ ਤੇ ਉਹ ਵਿਦਵਤਾ ਦਾ ਘਮੰਡ ਬਹੁਤ ਹੁੰਦਾ ਹੈ ਤੇ ਉਹ ਸੈਨਿਕਾਂ ਰਾਹੀਂ ਉਹ ਉਹਨਾਂ ਨੂੰ ਵੈਲੂਏਟ ਕਰਦੇ ਨੇ ਤੇ ਵੀ ਉਹ ਤਾਂ ਅਨਪੜ੍ਹ ਸੀ ਜੀ, ਉਹਨਾਂ ਨੂੰ ਤਾਂ ਕੋਈ ਸਮਝ ਹੀ ਨਹੀਂ ਸੀ, ਉਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਸੀ, ਉਹਨਾਂ ਕੋਲ ਕੋਈ ਦ੍ਰਿਸ਼ਟੀ ਨਹੀਂ ਸੀ। ਇਹੀ ਜੀ ਗੱਲ ਨਹੀਂ, ਉਹ ਹਾਰ ਗਏ ਬਸ। ਠੀਕ ਹੈ ਕਿ ਤਾਂ ਕਿਸਮਤ ਦੀਆਂ ਗੱਲਾਂ ਹੈ ਨਾ। ਤੇ ਬੰਦੇ ਮਤਲਬ ਬਿਲਕੁਲ ਅਨਪੜ੍ਹ ਬੰਦਿਆਂ ਕੋਲ ਬੜਾ, ਹੁਣ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੈ, ਜਿਹੜੇ ਬੰਦਿਆਂ ਨੇ ਉਹਦੇ ਨਾਲ ਕੰਮ ਕੀਤਾ ਉਹਨਾਂ ਨੂੰ ਪਤਾ ਵੀ ਉਹ ਜੀਨੀਅਸ ਸੀਗਾ, ਬੌਰਨ ਜੀਨੀਅਸ ਜਨਰਲ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੇ ਪ੍ਰੈਜੂਡਿਸ ਨਾ, ਐਲੀਟਿਸਟ, ਇਹ ਮਾਡਰਨ ਆਪਣੀ ਸੁਸਾਇਟੀ ਦੀ ਦੇਣ ਹੈ ਵੀ ਆਪਦੇ ਆਪ ਨੂੰ ਜਿਹੜੇ ਬੰਦੇ ਐਜੂਕੇਟਡ ਉਹ ਉਸ ਤਰ੍ਹਾਂ ਸਮਝਣ ਵੀ ਅਸੀਂ ਸੁਪੀਰੀਅਰ ਹਾਂ, ਇਹ ਬੰਦੇ ਇਨਫੀਰੀਅਰ ਹੈ। ਤੇ ਉਹ ਫਿਰ ਲਹਿਰ, ਉਹ ਲੜਨ ਵਾਲੇ ਨਹੀਂ ਹੁੰਦੇ, ਉਹ ਤਾਂ ਫਿਰ ਸੌਦੇਬਾਜ਼ੀਆਂ ਤਾਂ ਕਰ ਲੈਂਦੇ ਹੁੰਦੇ ਨੇ। ਤੇ ਇਹ ਹੈ ਵੀ ਐਕਚੁਅਲੀ ਦੋਵੇਂ ਕਿਸਮ ਦਾ ਸੁਮੇਲ ਚਾਹੀਦਾ ਹੈ ਤੇ ਉਹ ਸੁਮੇਲ ਸਾਡੀ ਖਾੜਕੂ ਲਹਿਰ 'ਚ ਬੜਾ ਖੂਬਸੂਰਤ ਸੁਮੇਲ ਦੇਖਣ ਨੂੰ ਮਿਲਿਆ ਹੈ। ਜਿਹੜਾ ਕਹਿੰਦੇ ਨੇ ਸਾਰੇ ਬੰਦੇ ਅਨਪੜ੍ਹ ਸੀ, ਐਵੇਂ ਸੀਗੇ, ਬੜੇ ਮਤਲਬ ਬੰਦੇ ਤੀਖਣ ਬੁੱਧੀ ਵਾਲੇ ਬੰਦੇ, ਪੜ੍ਹੇ ਲਿਖੇ, ਵਿਜ਼ਨ ਵਾਲੇ ਬੰਦੇ, ਸਭ ਕੁਝ ਸੀਗਾ ਉਹਨਾਂ ਕੋਲ। ਤੇ ਉਹ ਚੱਲ ਇੱਕ ਹਾਲਾਤ ਇਹੋ ਜਿਹੇ ਬਣੇ, ਉਹ ਤਾਂ ਆਪਣਾ ਇੱਕ ਵੱਖਰਾ ਵਿਸ਼ਾ ਨਾ ਵੀ ਸਭ ਕੁਝ ਦੇ ਬਾਵਜੂਦ ਤੁਸੀਂ ਹਾਰ ਜਾਂਦੇ ਹੋ। ਜਿਵੇਂ ਵੀ ਹਾਰ ਦਾ ਫਿਰ ਕੋਈ ਖਸਮ ਨਹੀਂ ਹੁੰਦਾ ਹੈ ਨਾ, ਜਿੱਤ ਦੇ 100 ਬਣ ਜਾਂਦੇ ਨੇ, ਉਹ ਤਾਂ ਵੱਖਰੀ ਗੱਲ ਹੈ। ਸੋ ਇਹ ਗੱਲਬਾਤ ਸੀ ਜੀ ਅੱਜ ਦੀ, ਤੇ ਇਹਦੇ ਵਿੱਚ ਅਸੀਂ
ਚੀਨ ਦੇ ਜਿਹੜੇ ਇਨਕਲਾਬ ਦੀ ਉਹ ਗੱਲਬਾਤ ਕਰੀ, ਰੂਸ ਦੇ ਇਨਕਲਾਬ ਨਾਲੋਂ ਹਟ ਕੇ ਜਿਹੜਾ ਇੱਕ ਅਲੱਗ ਤਰੀਕੇ ਦੇ ਨਾਲ ਜਿਹੜੀ ਉੱਥੇ ਸੰਘਰਸ਼ ਜਿਹੜਾ ਉਹ ਲੜਿਆ ਗਿਆ, ਤੇ ਉਸ ਤੋਂ ਬਾਅਦ ਕਿਊਬਾ ਦੇ ਇਨਕਲਾਬ ਦੀ ਜਿਹੜੀ ਉਹ ਛੋਟੀ ਜਿਹੀ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਭਾਗ ਦੇ ਵਿੱਚ ਹੋਰ ਗੱਲਬਾਤ ਜਿਹੜੀ ਅੱਗੇ ਸਾਂਝੀ ਕਰਾਂਗੇ। ਇਹਨਾਂ ਵੀਡੀਓਜ਼ ਨੂੰ ਅੱਗੇ ਸਾਂਝਾ ਕਰਿਓ ਤਾਂ ਕਿ ਜਾਣਕਾਰੀ ਵੱਧ ਤੋਂ ਵੱਧ ਅੱਗੇ ਪਹੁੰਚ ਸਕੇ। ਚੈਨਲ ਦਾ ਸਿੱਖ ਵਿਊ ਪੁਆਇੰਟ ਨੂੰ ਆਪਣੇ ਨਾਲ ਜਿਹੜਾ ਉਸ ਚੈਨਲ ਦੇ ਨਾਲ ਜੁੜਨਾ ਕਰੋ, ਸਬਸਕ੍ਰਾਈਬ ਕਰੋ। ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।